फिर तक डेमो रोज बाहर सट्टा दे संदर्भ से ये जो चार फोटो में आके सारी दुकान दिखा दिया देख लेना दुकान भी देखना दिखती है तो दिखती है मैं लड़ना मैं बिल्कुल लड़ूंगा मैं लड़ के करना जब कोर्ट से जमा कराओ 43 कराओ जब मैंने कोई इतराज नहीं है और जब तक बैठोगे तब तक बैन जीना आराम करते हैं बखरा के सकला 5 10 लाख 10 दा पाओ चाहे 20 दा पाओ चाहे 30 दा पाओ मैं पाऊंगा बिल्कुल पाऊंगा छोटे पाऊंगा सबसे बहुत बात सोचना है केड़े पाएंगे आप जज साहब के सामने ये बोलेंगे कि ऑर्डर फेक है बताओ ठीक है जज साहब मना कर रहे हैं साइन जज साहब कह रहे पुलिस को बोलो ऑनलाइन ऑर्डर आप लेडीज के साथ ऐसे बात करेंगे सर 8 ਤੋਂ 10 12 ਹੋਣੇ ਜਿਹੜੇ ਨਾਲ ਟੈਂਪੂ ਵੀ ਲੋਡ ਕਰ ਰਹੇ ਸੀ ਤੇ ਹੱਥ 'ਚ ਦੁਕਾਨਾਂ ਫੜੀਆਂ ਹੋਈਆਂ ਸੀ ਤੇ ਦੁਕਾਨ 'ਚ ਮਾਲ ਚੋਰੀ ਕਰ ਰਹੇ ਸੀ ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਤਲਵਾਰ एविडेंस इकट्ठे किए ने कि पुलिस ने कोशिश की थी एविडेंस इकट्ठे करने ਸਰ ਪੁਲਿਸ ਨੇ ਕੋਈ ਵੀ ਐਵੀਡੈਂਸ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਦੀ ਟੈਂਪੋ ਵਾਲੇ ਦੀ ਫੋਟੋ ਹੈ ਤੇ ਗੱਡੀ ਦਾ ਨੰਬਰ ਹੈ ਉਹਦਾ ਕੁਝ ਹੋਇਆ ਨਹੀਂ ਮਾਲ ਵਗੈਰਾ ਨਹੀਂ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਯਾਰ ਉਹਦਾ ਤਾਂ ਹੁੰਦਾ ਵੀ ਪਤਾ ਨਹੀਂ ਲੱਗ ਰਿਹਾ ਮਾਲ ਕੌਣ ਲੈ ਗਿਆ ਉਹ ਤਾਂ ਗੱਲ ਤਾਂ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ कि कुत्ती हुण डकैतां दे नाल भी रली हुई है ਤੁਹਾਨੂੰ ਅੱਜ ਦੱਸਾਂਗੇ ਪੰਜਾਬ ਪੁਲਿਸ ਦਾ ਇੱਕ ਨਵਾਂ ਕਾਰਨਾਮਾ ਜਿੱਥੇ ਪੁਲਿਸ ਅਦਾਲਤੀ ਹੁਕਮਾਂ ਨੂੰ ਛਿੱਕੇ ਟੰਗਦੀ ਵੀ ਨਜ਼ਰ ਆ ਰਹੀ ਹੈ ਤੇ ਸਬੂਤਾਂ ਨੂੰ ਨਜ਼ਰਅੰਦਾਜ਼ ਕਰਦੀ ਵੀ ਨਜ਼ਰ ਆ ਰਹੀ ਹੈ ਦੇ ਖਬਰਸਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਮਾਮਲਾ ਹੈ ਦੁਕਾਨ ਤੇ ਕਬਜ਼ੇ ਦਾ ਕੁਝ ਦਿਨ ਪਹਿਲਾਂ ਤੁਹਾਨੂੰ ਅਸੀਂ ਇੱਕ ਖਬਰ ਦਿਖਾਈ ਸੀ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਨਜਾਇਜ਼ ਤੌਰ ਤੇ ਇੱਕ ਕੋਠੀ ਦੇ ਕਬਜ਼ੇ ਦੀ ਗੱਲ ਸਾਹਮਣੇ ਆਈ ਸੀ ਤੇ ਹੁਣ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਹੋਰ ਅੱਗੇ ਵਧੇ ਨੇ ਪ੍ਰੋਗਰੈਸ ਕੀਤੀ ਹੈ ਤੇ ਹੁਣ ਕੋਠੀ ਤੋਂ ਮਾਮਲਾ ਪਹੁੰਚਿਆ ਹੈ ਦੁਕਾਨ ਤੇ ਗੱਲਬਾਤ ਕਰਾਂਗੇ ਪੀੜਤ ਸਾਡੇ ਨਾਲ ਮੌਜੂਦ ਨੇ ਰਮਿੰਦਰ ਸਿੰਘ ਜੀ ਰਮਿੰਦਰ ਜੀ ਮਾਮਲਾ ਕੀ ਹੈ ਤੁਸੀਂ ਕਹਿ ਰਹੇ ਹੋ ਵੀ ਕੋਠੀ ਦੇ ਕਬਜ਼ੇਦਾਰ ਕੋਈ ਰੌਲਾ ਸੀ ਪੁਲਿਸ ਆਈ ਹੈ ਸਟੇ ਤੁਹਾਨੂੰ ਮਿਲਿਆ ਹੋਇਆ ਸੀ ਮਾਰਕੁੱਟ ਵੀ ਤੁਹਾਡੇ ਨਾਲ ਹੋਈ ਹੈ ਮਾਮਲਾ ਹੈ ਕੀ ਕਹਾਣੀ ਕੀ ਹੈ ਪੂਰੀ ਸਤਿ ਸ਼੍ਰੀ ਅਕਾਲ ਅਮਨ ਜੀ ਮੈਂ ਡੇਰਾਬੱਸੀ ਦਾ ਰਹਿਣ ਵਾਲਾ ਜੀ ਠੀਕ ਹੈ ਜੀ ਮੈਂ ਕੱਪੜੇ ਦਾ ਵਪਾਰੀ ਹਾਂ ਕੱਪੜੇ ਦੀ ਦੁਕਾਨ ਹੈ ਮੇਰੀ 2019 ਚ ਅਸੀਂ ਦਿੱਲੀ ਤੋਂ ਆਏ ਸੀਗੇ ਵੈਸੇ ਬੇਸਿਕਲੀ ਰਹਿਣ ਵਾਲਾ ਪਿੱਛੋਂ ਦਿੱਲੀ ਦਾ ਤੇ ਅਸੀਂ ਇਹ ਸੋਚ ਕੇ ਆਏ ਸੀ ਚਲੋ ਪੰਜਾਬ 'ਚ ਬਿਜ਼ਨਸ ਕਰਾਂਗੇ ਆਪਣਾ ਐਸਟੈਬਲਿਸ਼ ਕਰਾਂਗੇ ਤੇ ਅੱਗੇ ਵਧਾਂਗੇ ਅਸੀਂ ਕੱਪੜੇ ਦੀ ਦੁਕਾਨ ਕੀਤੀ ਡੇਰਾਬੱਸੀ 'ਚ ਕਿਰਾਏ ਤੇ ਲਈ 2019 ਚ ਸਰਦਾਰ ਅਮਰਜੀਤ ਸਿੰਘ ਓਨਰ ਹੈਗੇ ਨੇ ਲੈਂਡਲੋਰਡ ਨੇ ਉਹਨਾਂ ਤੋਂ ਤੇ ਹੁਣ 2 ਸਾਲ 3 ਸਾਲ ਨਿਕਲ ਗਏ ਸਾਡੇ ਰੈਂਟ ਐਗਰੀਮੈਂਟ ਰੀਨਿਊ ਹੁੰਦੇ ਰਹੇ ਅਸੀਂ ਕਰਾਉਂਦੇ ਰਹੇ ਪਿਛਲੇ ਸਾਲ ਕੋਵਿਡ ਦੇ ਦੌਰਾਨ ਵੀ ਅਸੀਂ ਬਹੁਤ ਹਜੇ ਕੀ ਤੁਹਾਨੂੰ ਪਤਾ ਹੀ ਹੈ ਸਾਰੇ ਬਿਜ਼ਨਸਮੈਨ ਪੀੜਤ ਸੀਗੇ ਫਿਰ ਵੀ ਅਸੀਂ ਪੂਰਾ ਕਿਰਾਇਆ ਦਿੰਦੇ ਰਹੇ ਸਾਨੂੰ ਕੋਈ ਮਤਲਬ ਕਹਿੰਦੇ ਨਾ ਜਿਸ ਤਰ੍ਹਾਂ ਡਿਸਕਾਊਂਟ ਜਾਂ ਕੋਈ ਲਹਿਜ਼ਦਾਰੀ ਉਹ ਹੋਈ ਨਹੀਂ ਸਾਡੇ ਨਾਲ ਹੁਣ ਇਹ ਮਾਮਲਾ ਜਿਹੜਾ ਹੈ ਨਵੰਬਰ 2021 ਦਾ ਹੈ ਵੀਰ ਜੀ ਸਾਡਾ ਰੈਂਟ ਐਗਰੀਮੈਂਟ ਜਿਹੜਾ ਹੈ ਉਹ ਇਸ ਵਾਰੀ ਰੀਨਿਊ ਹੋਣਾ ਸੀਗਾ ਕਿਉਂਕਿ ਹਰ ਸਾਲ ਰੀਨਿਊ ਹੁੰਦਾ ਸੀਗਾ ਅਸੀਂ ਜਦੋਂ ਦੁਕਾਨ ਲਈ ਸੀ ਤੁਹਾਨੂੰ ਪਤਾ ਹੈ ਵਪਾਰੀ ਕੋਈ ਵੀ ਲਏਗਾ ਤਾਂ 10 ਸਾਲ ਤੋਂ ਥੱਲੇ ਕੀ ਬੰਦਾ ਕੰਮ ਕਰੇਗਾ ਤੇ ਅਸੀਂ ਉਹਨਾਂ ਨੂੰ ਰੀਨਿਊ ਵਾਸਤੇ ਕਿਹਾ ਕਿ ਰੀਨਿਊ ਕਰਾਣੀ ਹੈ ਐਗਰੀਮੈਂਟ ਤੇ ਉਹਨਾਂ ਨੇ ਸਾਨੂੰ ਮਨਾ ਕਰਤਾ ਓਨਰ ਨੇ ਤੇ ਉਹ ਬੇਸਿਕਲੀ ਉਹਨਾਂ ਦੀ ਨੀਅਤ ਇਹ ਖਰਾਬ ਹੋ ਗਈ ਕਿ ਸਾਡਾ ਕੰਮ ਚੱਲ ਪਿਆ ਉਹ ਸਾਨੂੰ ਕਹਿਣ ਲੱਗ ਪਏ ਸੀਗੇ ਵੀ ਸਾਨੂੰ ਆਪਣੇ ਬਿਜ਼ਨਸ 'ਚੋਂ ਹਿੱਸਾ ਦਿਓ ਹਾਂ ਨਹੀਂ ਤੇ ਅਸੀਂ ਉਹਨਾਂ ਨੂੰ ਦੇਖਿਆ ਵੀ ਕੱਪੜੇ ਦਾ ਕੰਮ ਹੈ ਮਾਰਜਨ ਅੱਛਾ ਹੈ ਦਿੱਲੀੋਂ ਆਉਂਦੇ ਨੇ ਇਹਨਾਂ ਦਾ ਬਿਜ਼ਨਸ ਐਸਟੈਬਲਿਸ਼ ਹੋ ਗਿਆ ਤੇ ਅਸੀਂ ਇਹਨਾਂ ਕੋਲ ਪ੍ਰੋਫਿਟ ਲਈਏ ਰਾਦਰ ਦੈਨ ਇਨਕਮ ਆਪਣੀ ਜਿਹੜੀ ਰੈਂਟ ਦੇ ਬਜਾਏ ਅਸੀਂ ਪ੍ਰੋਫਿਟ ਲਈਏ ਤੇ ਅਸੀਂ ਉਹਨਾਂ ਨੂੰ ਮਨਾ ਕਰਤਾ ਕਿ ਵੀ ਦਿਸ ਇਜ਼ ਆਰ ਬਿਜ਼ਨਸ ਅਸੀਂ ਕਿਉਂ ਤੁਹਾਨੂੰ ਆਪਣੇ ਹਿੱਸੇ ਪ੍ਰੋਫਿਟ 'ਚੋਂ ਹਿੱਸਾ ਦੇਵਾਂਗੇ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਦੁਕਾਨ ਖਾਲੀ ਕਰੋ ਨਹੀਂ ਤੇ ਅਸੀਂ ਸਾਨੂੰ ਆਉਂਦੇ ਨੇ ਤਰੀਕੇ ਖਾਲੀ ਕਰਾਉਂਦੇ ਤੇ ਅਸੀਂ ਕਿਹਾ ਵੀ ਚਲੋ ਧਮਕੀਆਂ ਦੇ ਰਹੇ ਨੇ ਸ਼ਾਇਦ ਕੁਝ ਨਹੀਂ ਕਰਨਗੇ ਇਹ ਵਾਕਿਆ ਹੈ ਜੀ ਅਕਤੂਬਰ ਦਾ ਤੇ 2 ਨਵੰਬਰ ਨੂੰ ਇਹਨਾਂ ਨੇ ਅਮਰਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਨੇ ਤੇ ਉਹਨਾਂ ਦੇ EMPLOYEES ਨੇ ਮਿਲ ਕੇ ਮੇਰੇ ਦੁਕਾਨ ਦੇ ਜਿਹੜੇ ਕੈਮਰੇ ਲੱਗੇ ਸੀ CCTV ਫੁਟੇਜ ਲੱਗੀ ਸੀ ਕੈਮਰੇ ਉਹਨਾਂ ਨਾਲ ਛੇੜਛਾੜੀ ਕੀਤੀ ਤੇ ਮੈਂ ਥਾਣੇ ਗਿਆ 2 ਨਵੰਬਰ ਨੂੰ ਮੈਂ ਕੰਪਲੇਂਟ ਦਿੱਤੀ ਡੇਰਾਬੱਸੀ ਥਾਣੇ 'ਚ ਤੇ ਉਹਨਾਂ ਨੇ ਮੇਰੀ ਕੰਪਲੇਂਟ ਸਿਰਫ ਇੱਕ ਕਹਿੰਦੇ ਨਾ ਖਾਨਾ ਪੂਰਤੀ ਕਰਨ ਵਾਸਤੇ ਦਰਜ ਕਰ ਲਈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਮੈਂ ਉਹਨਾਂ ਨੂੰ CCTV ਫੁਟੇਜ ਵੀ ਦਿਖਾਈ ਜਿਹਦੇ 'ਚ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਜਿਹਦੇ 'ਚ ਮੈਂ ਉਹਨਾਂ ਨੂੰ CCTV ਫੁਟੇਜ ਦਿਖਾਈ ਜਿਹਦੇ 'ਚ ਕੈਮਰਾ ਤੋੜਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਮੇਰੀ ਕੰਪਲੇਂਟ ਦੀ ਕਾਪੀ ਹੈ ਇਹ ਮੇਰੇ ਕੋਲ ਕੰਪਲੇਂਟ ਦੀ ਕਾਪੀ ਤੇ CCTV ਫੁਟੇਜ ਦੇ ਸਾਰੇ ਪ੍ਰੂਫ ਹੈਗੇ ਨੇ ਤੇ ਉਸ ਤੋਂ ਬਾਅਦ ਅਸੀਂ ਮੈਨੂੰ ਪੁਲਿਸ ਨੇ ਆਸ਼ਵਾਸਨ ਦਿੱਤਾ ਕਿ ਬਈ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਬਿਆਨ ਲਵਾਂਗੇ ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਆਪਣਾ ਆਰਾਮ ਨਾਲ ਕੰਮ ਕਰੋ ਅਸੀਂ ਆਪਣਾ ਕੰਮ ਕਰਦੇ ਰਹੇ
ਤੇ 11 ਨਵੰਬਰ ਦੀ ਸਵੇਰੇ ਜਦੋਂ ਮੇਰੇ EMPLOYEE ਦੁਕਾਨ ਖੋਲਣ ਲੱਗੇ, ਸਾਡੀ ਦੁਕਾਨ ਦੀ 2 ਐਂਟਰੈਂਸ ਹੈ, ਫਰੰਟ ਐਂਡ ਬੈਕ ਰੈਜ਼ੀਡੈਂਸ਼ੀਅਲ ਨੂੰ ਲੱਗਦੀ ਹੈ। ਉੱਥੇ ਜਦੋਂ ਦੁਕਾਨ ਖੋਲਣ ਲੱਗੇ ਤੇ ਅਮਰਜੀਤ ਸਿੰਘ, ਉਹਦਾ ਭਰਾ ਤਰਨਜੀਤ ਸਿੰਘ, ਉਹਦੇ EMPLOYEES, ਉਹਨਾਂ ਦੀ ਮਿਸਿਸ ਮਨਜੀਤ ਕੌਰ ਔਰ ਸਾਰੇ ਉਹਨਾਂ ਦਾ ਪਰਿਵਾਰ ਇਕੱਠੇ ਹੋ ਕੇ ਉਹਨਾਂ ਨੇ ਮੇਰੇ EMPLOYEES ਨੂੰ ਕੁੱਟ ਕੇ ਉਹਨਾਂ ਕੋਲ ਚਾਬੀਆਂ ਖੋਹ ਕੇ ਤੇ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅੰਦਰੋਂ DVR ਤੋੜ ਕੇ ਲੈ ਗਏ, ਜਿਹੜਾ DVR 'ਚ ਸਾਰੀ ਰਿਕਾਰਡਿੰਗ ਹੁੰਦੀ ਹੈ ਉਹ, ਤੇ ਦੁਕਾਨ ਤੇ ਪਿਆ ਜਿਹੜਾ ਕੈਸ਼ ਸੀਗਾ, ਮੇਰਾ ਸੇਲ ਸੀਗੀ ਮੇਰੀ ਦੀਵਾਲੀ ਦੀ, ਉਹ ਵੀ ਸਾਰੀ ਸੇਲ ਕੱਢ ਕੇ ਉਹ ਲੈ ਗਏ। ਉਹਦੇ ਉਸ ਵਾਕਿਏ ਤੋਂ ਬਾਅਦ ਮੈਨੂੰ ਮੇਰੇ EMPLOYEE ਦਾ ਫੋਨ ਆਇਆ, ਮੈਂ ਥਾਣਾ ਡੇਰਾਬੱਸੀ ਜਾ ਕੇ ਕੰਪਲੇਂਟ ਕੀਤੀ। ਤੁਸੀਂ ਜਿਹੜੀ ਆਲਰੇਡੀ ਕੀਤੀ ਸੀ 2 ਤਰੀਕ ਨੂੰ, ਉਹਦਾ ਕੁਝ ਨਹੀਂ ਬਣਿਆ? ਵੀਰ ਜੀ ਉਹਦਾ ਕੁਝ ਨਹੀਂ ਬਣਿਆ, ਔਰ ਉਹੀ ਕੰਪਲੇਂਟ ਜਾ ਕੇ ਜਦੋਂ ਮੈਂ 11 ਤਰੀਕ ਦੁਬਾਰਾ ਗਿਆ ਔਰ ਉਹ ਇਹ ਗੱਲ ਮੈਂ ਜਦੋਂ SHO ਨੂੰ ਔਰ ਉੱਥੇ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਸੀਗੇ ਉਹਨਾਂ ਨੂੰ ਇਹ ਗੱਲ ਕਹੀ ਕਿ ਬਈ ਮੈਂ 2 ਤਰੀਕ ਆਲਰੇਡੀ ਕੰਪਲੇਂਟ ਦੇ ਕੇ ਗਿਆ, ਮੇਰੀ ਕੰਪਲੇਂਟ ਤੇ ਕੋਈ ਕਾਰਵਾਈ ਨਹੀਂ ਹੋਈ, ਜਿਹਦੇ ਕਰਕੇ ਅੱਜ ਉਹਨਾਂ ਦਾ ਇੰਨਾ ਹੌਸਲਾ ਹੋ ਗਿਆ ਕਿ ਉਹ ਦੁਕਾਨ ਦੀ ਚਾਬੀਆਂ ਖੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਮੈਨੂੰ ਅੱਗੋਂ ਜਿਹੜੇ ਪੁਲਿਸ ਵਾਲੇ ਸੀਗੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਤੀ ਹੈ। ਕੀ ਕਾਰਵਾਈ ਕੀਤੀ? ਕਾਰਵਾਈ ਕੁਝ ਨਹੀਂ ਕੀਤੀ। ਉਹ ਮੈਨੂੰ ਉਹਨਾਂ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਸੀਗਾ, ਉਹਨਾਂ ਦਾ ਰਸੂਖ ਹੈ, ਜਿਹੜੇ ਓਨਰਸ ਨੇ ਉਹ ਲੋਕਲ ਪ੍ਰਾਪਰਟੀ ਡੀਲਰਸ ਨੇ, ਉਹਨਾਂ ਦਾ ਰਸੂਖ ਹੈ ਏਰੀਆ ਦੇ ਅੰਦਰ, ਉਹ ਬੜੀ ਪਾਰਟੀਆਂ ਨਾਲ ਉੱਠਦੇ ਬੈਠਦੇ ਨੇ, ਪੁਲਿਸ ਵਾਲਿਆਂ ਨਾਲ ਉਹਨਾਂ ਦਾ ਰੋਜ਼ ਦਾ ਉੱਠਣਾ ਬੈਠਣਾ, ਇਸ ਕਰਕੇ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਜਦੋਂ ਇਹ ਮਸਲਾ ਅੱਗੇ ਵਧਿਆ ਮੈਂ SHO ਨੂੰ ਰਿਕੁਐਸਟ ਕੀਤੀ, ਸਾਡੇ ਪਰਿਵਾਰ ਨੇ ਪੂਰੀ ਰਿਕੁਐਸਟ ਕੀਤੀ ਕਿ ਬਈ ਸਾਡੀ ਦੁਕਾਨ 'ਚ 40-50 ਲੱਖ ਦਾ ਮਾਲ ਪਿਆ ਹੈ, ਸਾਡੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੇਰਾ ਮਾਲ ਚੋਰੀ ਕਰ ਸਕਦੇ ਨੇ, ਤੇ ਪਲੀਜ਼ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਤੇ ਮੈਨੂੰ ਇਹਨਾਂ ਤੋਂ ਬਚਾਇਆ ਜਾਏ। ਤੇ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਸਾਨੂੰ ਬਲਕਿ ਇਹ ਕਹਿਣ ਲੱਗ ਪਏ ਕਿ ਤੁਸੀਂ ਨਾ ਰੈਂਟ ਐਗਰੀਮੈਂਟ ਲਿਆਓ, ਪਹਿਲੇ ਸਾਨੂੰ ਇਹ ਪ੍ਰੂਵ ਕਰੋ ਕਿ ਤੁਸੀਂ ਕਿਰਾਏਦਾਰ ਹੋ, ਜਦ ਕਿ ਮੈਂ 2 ਤਰੀਕ ਆਲਰੇਡੀ ਕੰਪਲੇਂਟ ਦੇ ਕੇ ਗਿਆ ਹੋਇਆ ਸੀਗਾ, ਮੇਰੇ ਕੋਲ GST ਰਜਿਸਟ੍ਰੇਸ਼ਨ ਹੈ, ਸਭ ਕੁਝ ਹੈ। ਤੇ ਉਸ ਤੋਂ ਬਾਅਦ ਇਹ ਵਾਕਿਆ ਹੈਗਾ ਜਿਹੜਾ 16 ਨਵੰਬਰ ਦਾ, 16 ਨਵੰਬਰ ਦੀ ਰਾਤ ਵੀਰ ਜੀ ਮੈਂ ਡੇਰਾਬੱਸੀ ਆਪਣੇ ਬਾਜ਼ਾਰ ਚੋਂ ਨਿਕਲ ਰਿਹਾ ਸੀਗਾ, ਰਾਤੀ 10 ਵਜੇ ਦੇ ਕਰੀਬ ਮੈਨੂੰ ਦੁਕਾਨ ਦੇ ਅੰਦਰੋਂ ਕੁਝ ਹਲਚਲ ਮਹਿਸੂਸ ਹੋਈ, ਕੋਈ ਤੋੜਾ ਫੋੜੀ ਦੀ। ਦੁਕਾਨ ਬੰਦ ਸੀ ਵੈਸੇ ਸ਼ਟਰ? ਵੀਰ ਜੀ ਦੁਕਾਨ ਰਾਤੀ 10 ਵਜੇ ਅਸੀਂ ਬੰਦ ਆਲਰੇਡੀ ਹੁੰਦੀ ਹੈ, ਰਾਤੀ 10 ਵਜੇ ਦੁਕਾਨ ਬੰਦ ਸੀਗੀ ਤੇ ਮੈਂ ਦੁਕਾਨ ਦੇ ਬਾਹਰੋਂ ਫਰੰਟ ਸ਼ਟਰ ਤੋਂ ਨਿਕਲ ਰਿਹਾ ਸੀਗਾ, ਜਿਹੜਾ ਮੇਨ ਗਲੀ ਹੈਗੀ ਹੈ ਆਪਣੀ ਡੇਰਾਬੱਸੀ ਬਾਜ਼ਾਰ ਦੀ, ਉਹਦੇ ਚੋਂ ਨਿਕਲ ਰਿਹਾ ਸੀਗਾ ਤੇ ਮੈਨੂੰ ਹਲਚਲ ਦੀ ਆਵਾਜ਼ ਸੁਣਾਈ ਦਿੱਤੀ ਤੇ ਮੈਂ ਇਮੀਡੀਏਟਲੀ ਜਦੋਂ ਭੱਜ ਕੇ ਪਿੱਛੇ ਗਿਆ ਤੇ ਮੈਂ ਦੇਖਿਆ ਕਿ ਅਮਰਜੀਤ ਸਿੰਘ, ਤਰਨਜੀਤ ਸਿੰਘ ਜੋ ਉਹਦਾ ਭਰਾ ਹੈ ਤੇ ਉਹਦੇ EMPLOYEES ਜਿਹੜੇ ਉਹਦਾ ਮੁੰਡਾ ਤਰਨਜੀਤ ਦਾ ਹਨੀ ਤੇ EMPLOYEE ਸਿਮਰਨ ਤੇ ਜੌਨੀ, ਇਹ 5 ਬੰਦੇ ਜਿਹਨਾਂ ਨੂੰ ਮੈਂ ਪਛਾਣਦਾ ਸੀਗਾ ਤੇ ਹੋਰ ਨਾਲ 8 ਤੋਂ 10-12 ਬੰਦੇ ਹੋਣੇ ਜਿਹੜੇ ਨਾਲ ਟੈਂਪੂ ਵੀ ਲੋਡ ਕਰ ਰਹੇ ਸੀਗੇ ਤੇ ਹੱਥ 'ਚ ਕਿਰਪਾਨਾਂ ਫੜੀਆਂ ਹੋਈਆਂ ਸੀਗੀਆਂ ਤੇ ਦੁਕਾਨ 'ਚ ਮਾਲ ਚੋਰੀ ਕਰ ਰਹੇ ਸੀ ਮੇਰਾ। ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਤਲਵਾਰ ਨਾਲ ਤੇ ਮੈਂ ਆਪਣੇ ਸਿਰ ਦੀ ਸੱਟ ਬਚਾਉਣ ਲਈ, ਜੋ ਸਿਰ ਤੇ ਉਹਨਾਂ ਨੇ ਸਿੱਧੀ ਤਲਵਾਰ ਮਾਰੀ, ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਹੱਥ ਅੱਗੇ ਕੀਤਾ। ਉਹ ਹੱਥ ਅੱਗੇ ਕਰਕੇ ਤੁਸੀਂ ਇਹ ਦੇਖ ਸਕਦੇ ਹੋ, ਹੁਣ ਤੇ ਖੈਰ ਸੱਟਾਂ ਬਹੁਤ ਪੁਰਾਣੀਆਂ ਹੋ ਗਈਆਂ ਪਰ ਤੁਸੀਂ ਇਹ ਦੇਖ ਸਕਦੇ ਹੋ ਮੈਨੂੰ 20 ਟਾਂਕੇ ਆਏ, 6 ਕੱਟ ਲੱਗੇ ਸੀ ਮੈਨੂੰ, ਇਹ ਦੇਖੋ ਜੀ। ਤਲਵਾਰਾਂ ਦੇ ਵਾਰ ਨੇ? ਤਲਵਾਰਾਂ ਦੇ ਵਾਰ ਨੇ ਸਾਰੇ। ਮੈਂ ਤੁਹਾਨੂੰ ਇਹ ਵੀ ਦਿਖਾਉਣਾ ਉਸ ਦਿਨ ਦੀ ਜਿਹੜੀ ਕਰੰਟ CCTV ਮੇਰੀ ਲਾਈਵ ਜਿਹੜੀ ਫੋਟੋਗ੍ਰਾਫਸ ਹੈ ਉਹ ਇਹ ਨੇ। ਇਹ ਮੇਰਾ ਹਾਲ ਸੀਗਾ ਉਸ ਰਾਤ ਜਿਸ ਰਾਤ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ। ਇਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਾਰਾ ਮਾਲ ਚੁੱਕ ਕੇ ਜ਼ੀਰਕਪੁਰ ਸੇਠੀ ਢਾਬੇ ਦੇ ਸਾਹਮਣੇ ਹੋਟਲ ਹੈਗਾ A1 ਹੋਟਲ, ਉਹਦੇ ਕੋਲ ਇੱਕ ਸ਼ੋਰੂਮ 'ਚ ਮਾਲ ਰੱਖਣ ਲੱਗੇ ਸੀਗੇ। ਜਦੋਂ ਅਸੀਂ ਉੱਥੇ ਪਹੁੰਚੇ, ਮੈਂ ਆਪਣੇ ਦੋਸਤਾਂ ਨਾਲ ਜਦੋਂ ਉੱਥੇ ਪਹੁੰਚਿਆ ਤੇ ਪਹੁੰਚ ਕੇ ਜਦੋਂ ਸਾਰੀ ਚੀਜ਼ਾਂ ਅਸੀਂ ਦੇਖ ਰਹੇ ਸੀ, ਫੋਲੋ ਕਰ ਰਹੇ ਸੀ, ਅਸੀਂ ਉਤਰ ਕੇ ਜਾਣ ਲੱਗੇ, ਇਹਨਾਂ ਨੇ ਸਾਨੂੰ ਦੇਖਿਆ ਕਿ ਵੀ ਇਹ ਪਿੱਛੇ ਆ ਗਏ ਨੇ। ਇਹਨਾਂ ਨੇ ਉੱਥੋਂ ਟੈਂਪੂ ਭਜਾਤਾ, ਜਿਹੜੇ ਟੈਂਪੂ 'ਚ ਇਹਨਾਂ ਨੇ ਮਾਲ ਲੋਡ ਕੀਤਾ ਹੋਇਆ ਸੀਗਾ ਤੇ ਉੱਥੇ ਵੀ ਇਹਨਾਂ ਨੇ ਹੱਥਾਂ 'ਚ ਆਪਣੇ ਤਲਵਾਰਾਂ ਫੜੀਆਂ ਹੋਈ ਸੀਗੀਆਂ ਤੇ ਅਸੀਂ ਡਰ ਕੇ ਮਾਰੇ ਅੱਗੇ ਨਹੀਂ ਗਏ। ਤੇ ਜਦੋਂ ਅਸੀਂ ਟੈਂਪੂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਅੱਗੇ ਕਿੱਥੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਤੇ ਮੇਰੇ ਫਰੈਂਡਸ ਨੇ ਮੈਨੂੰ ਡੇਰਾਬੱਸੀ ਹਸਪੀਟਲ ਐਡਮਿਟ ਕਰਾਤਾ, ਮੇਰਾ ਉੱਥੇ ਇਲਾਜ ਚੱਲਿਆ 2 ਦਿਨ। ਤੇ ਤੁਸੀਂ ਇਹ ਦੇਖੋ ਕਿ 16 ਤਰੀਕ ਰਾਤ ਨੂੰ ਇਹ ਇਨਸੀਡੈਂਟ ਹੋਇਆ ਤੇ ਮੈਂ ਇਮੀਡੀਏਟਲੀ ਡੇਰਾਬੱਸੀ ਥਾਣੇ ਦੇ SHO ਹਰਜਿੰਦਰ ਸਿੰਘ ਨੂੰ ਫੋਨ ਕੀਤਾ। ਮੈਂ ਕਿਹਾ ਜੀ ਇਸ ਤਰ੍ਹਾਂ ਮੇਰੀ ਦੁਕਾਨ ਤੋਂ ਚੋਰੀ ਕੀਤੀ ਹੈ ਇਹਨਾਂ ਨੇ ਤੇ ਮੇਰੇ ਤੇ ਹਮਲਾ ਕੀਤਾ ਤੇ ਉਹ ਮੈਨੂੰ ਕਹਿੰਦੇ ਤੁਸੀਂ ਥਾਣੇ ਆ ਕੇ ਨਾ ਕੰਪਲੇਂਟ ਲਿਖਵਾਓ ਰਾਦਰ ਦੈਨ ਪੁਲਿਸ। ਤੁਸੀਂ ਇਹ ਨਹੀਂ ਦੱਸਿਆ ਕਿ ਮੈਂ ਤਾਂ ਹਸਪਤਾਲ 'ਚ ਪਿਆ, ਮਰਦਾ ਪਿਆ? ਮੈਂ ਉਸ ਟਾਈਮ ਜਦੋਂ ਉਹਨਾਂ ਚੋਰੀ ਕੀਤੀ ਉਸ ਟਾਈਮ ਮੈਂ ਰਸਤੇ 'ਚ ਸੀਗਾ, ਹਸਪੀਟਲ ਜਾ ਰਿਹਾ ਸੀਗਾ। ਦੈਨ ਆਈ ਟੋਲਡ ਹਿਮ ਕਿ ਮੈਂ ਹਸਪੀਟਲ ਜਾ ਰਿਹਾ ਸਰ, ਮੇਰੀ ਹਾਲਤ ਠੀਕ ਨਹੀਂ ਹੈ। ਤੇ ਉਹ ਕਹਿੰਦੇ ਤੁਸੀਂ ਥਾਣੇ ਆ ਕੇ ਕੰਪਲੇਂਟ ਲਿਖਾਓ, ਅਸੀਂ ਪੁਲਿਸ ਉੱਥੇ ਕਾਰਵਾਈ ਵਾਸਤੇ ਭੇਜਾਂਗੇ। ਪਰ ਇਸ ਤਰ੍ਹਾਂ ਕੁਝ ਨਹੀਂ ਹੋਇਆ, ਉਹ ਰਾਤ ਨਿਕਲ ਗਈ। 17 ਤਰੀਕ ਅਗਲੇ ਦਿਨ ਸ਼ਾਮ ਦੇ ਟਾਈਮ ਮੇਰੇ ਕੋਲ ਪੁਲਿਸ ਆਉਂਦੀ ਹੈ ਮੇਰਾ ਬਿਆਨ ਲਿਖਣ ਹਸਪੀਟਲ 'ਚ, ਠੀਕ ਹੈ ਜੀ। ਨਾ ਉਹਨਾਂ ਨੇ ਮੌਕੇ ਵਾਰਦਾਤ 'ਤੇ ਆ ਕੇ ਕੋਈ ਇਨਸਪੈਕਸ਼ਨ ਕੀਤੀ, ਨਾ ਉਹਨਾਂ ਨੇ ਦੇਖਿਆ ਵੀ ਚੋਰੀ ਕਿਸ ਤਰ੍ਹਾਂ ਹੋਈ ਹੈ, ਕੀ ਹੋਇਆ। 17 ਤਰੀਕ ਮੇਰੇ ਬਿਆਨ ਲਿਖਣ ਤੋਂ ਬਾਵਜੂਦ ਉਹਨਾਂ ਨੇ ਸਾਰਾ ਦਿਨ ਲਗਾਤਾ, FIR ਨਹੀਂ ਕੀਤੀ। ਸਾਡੀ ਬਹੁਤ ਜ਼ਿਆਦਾ ਰਿਕੁਐਸਟ ਦੇ ਬਾਅਦ ਅਸੀਂ ਨਹੀਂ, ਤੁਸੀਂ ਇੱਕ ਵੀਡੀਓ ਦਿਖਾਈ ਸੀ ਜਿਹਦੇ ਵਿੱਚ ਜਿਹੜੇ ਸ਼ਾਇਦ ਓਨਰ ਨੇ ਦੁਕਾਨ ਦੇ, ਉਹ ਤੁਹਾਨੂੰ ਧਮਕੀਆਂ ਦੇ ਰਹੇ ਨੇ ਵੀ ਰੋਜ਼ ਚਪੇੜਾਂ ਵੀ ਮਾਰਾਂਗੇ,
ਤੁਹਾਡੇ ਜਿਹੜੇ ਬਾਹਰ ਮੈਨੀਕਿਊਨ ਖੜੇ ਹੁੰਦੇ ਆ ਪੁਤਲੇ ਉਹਨਾਂ ਨੂੰ ਵੀ ਘੇਰਾਂਗੇ ਜਾਂ ਫਿਰ 10 ਲੱਖ ਦਾ 20 ਲੱਖ ਦਾ 30 ਲੱਖ ਦਾ ਜਿੰਨਾ ਮਰਜ਼ੀ ਹੋਣਗੇ ਅਸੀਂ ਕੇਸ ਵੀ ਪਾਵਾਂਗੇ। ਤੇ ਤੁਸੀਂ ਉਹ ਵੀਡੀਓ ਦਿਖਾਈ ਨਹੀਂ ਹੈ। ਇੱਕ ਵਾਰ ਮੈਂ ਦਰਸ਼ਕਾਂ ਨੂੰ ਕਹਾਂਗਾ ਉਹ ਵੀਡੀਓ ਜ਼ਰੂਰ ਦੇਖੋ। ਜੋ ਇਹ ਸਾਰਾ ਵਾਕਾ ਹੋਣ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਹੀ ਜੋ ਮਾਲਕ ਦੁਕਾਨ ਦੇ ਜੋ ਮਾਲਕ ਨੇ ਉਹਨਾਂ ਵੱਲੋਂ ਜੋ ਧਮਕੀਆਂ ਰਮਿੰਦਰ ਸਿੰਘ ਜੀ ਨੂੰ ਦਿੱਤੀਆਂ ਗਈਆਂ ਨੇ ਜਾਂ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ, ਉਹ ਇੱਕ ਵਾਰ ਸੁਣੋ, ਕਿਉਂਕਿ ਉਸ ਚੀਜ਼ ਤੋਂ ਹੀ ਸਾਰੀ ਕਹਾਣੀ ਅੱਧੀ मैं कहांगा सारी कहानी साफ हो जाती है, लेकिन अद्धी कहानी बेस सारा वो है। एक बार वो जरूर सुनो। मेरा नहीं है, मेरी घर वाली का है। वो घर वाली तो जुत्तियां बजवाऊंगा, और देखो जरा लेडी तो बजवाऊंगा, देखते जाओ तुम। और किस तरह मैं बजवाऊंगा खुद। और सवेर तक डेमू रोज बाहर सट्टांगा सड़क से। ये जो 4 बोर्ड बनवा के सारी दुकान दिखा दें, देख लेना, दुकान भी देख लेना। दिखती है दूर, दिखती किधर मैं लड़ना, मैं बिल्कुल लड़ूंगा, मैं लड़ के ही करना है। जाओ कोर्ट से जमा कराओ, 43,000 कराओ जमा, मैंने कोई इतराज नहीं है। और जब तक बैठा होगा तब तक मैं जीना आराम कर देंगा। मैं एक दिन बखरा कह सकता पाऊंगा, 10 लाख 10 ਦਾ ਪਾਵਾਂ, ਚਾਹੇ 20 ਦਾ ਪਾਵਾਂ, ਚਾਹੇ 30 ਦਾ ਪਾਵਾਂ। ਕਿਹੜੇ 10 ਦਾ? ਜੋ ਨਗਰ ਲੈਣੀ ਮੇਰੇ ਕੋਲ ਪੈਸੇ ਹੁਣੇ ਕਹਿੰਦੇ ਲਾਲੇ ਕੋਲ ਲੈਣੇ ਹੋ, ਕਹਿੰਦੇ ਉਹ ਬੰਦੇ ਦਾ ਗਵਾਹ ਤਾਂ ਬੰਦੇ ਨਗਲੇ ਦੇ। ਕੋਈ ਗੱਲ ਨਹੀਂ ਜੀ, ਤੁਸੀਂ ਝੂਠੇ ਕਿਉਂ ਪਾਉਂਦੇ? ਮੈਂ ਪਾਉਂਗਾ, ਬਿਲਕੁਲ ਪਾਉਂਗਾ। ਝੂਠੇ ਪਾਉਂਗੇ, ਸੱਚੇ ਪਾਉਂਗੇ, ਬਾਅਦ ਚ ਦੱਸਾਂਗਾ ਕਿਹੜੇ ਪਾਣਗੇ, ਕਿ 10 ਦਾ ਪਾਉਂਦਾ, ਕਿ 20 ਦਾ ਪੈਂਦਾ, ਕਿ 30 ਦਾ ਪੈਂਦਾ, ਉਹ ਤੋਂ ਬਾਅਦ ਚ ਦੱਸਾਂਗਾ। ਉਹਦੇ ਕਲੇਮ ਪਿਆ। ਤਾਂ ਇਸ ਦੁਕਾਨ ਦੇ ਮਾਲਕ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ, ਇਹ ਤੁਸੀਂ ਫੁਟੇਜ ਪੁਲਿਸ ਵਾਲਿਆਂ ਨੂੰ ਦਿਖਾਈ ਸੀ? ਸਰ ਇਹ ਫੁਟੇਜ ਮੈਂ ਜਦੋਂ 2 ਤਰੀਕ ਉਹਨਾਂ ਨੇ ਮੇਰੇ ਕੈਮਰੇ ਤੋੜੇ ਨੇ ਉਸੇ ਦਿਨ ਦਿਖਾਤੀ ਸੀ। ਇਹ ਅਕਤੂਬਰ ਦਾ ਵਾਕਿਆ ਹੈ। ਅਕਤੂਬਰ ਉਹਨੇ ਮੈਂ ਧਮਕੀਆਂ ਦਿੱਤੀ ਸੀ ਐਂਡ ਬਾਈ ਗॉड्स ਗ੍ਰੇਸ ਮੈਂ ਉਹ ਰਿਕਾਰਡ ਕਰ ਲਈ ਸੀ। ਵੀਡੀਓ ਰਿਕਾਰਡਿੰਗ ਹੈ, ਕੋਈ ਆਡੀਓ ਨਹੀਂ ਹੈ, ਵੀਡੀਓ ਰਿਕਾਰਡਿੰਗ ਹੈ। ਉਹਦੇ 'ਚ ਸਾਫ਼ ਦਿਖ ਰਹੇ ਨੇ ਮੈਨੂੰ ਧਮਕੀਆਂ ਦਿੰਦੇ ਹੋਏ ਕਿ 31 ਅਕਤੂਬਰ ਤੋਂ ਬਾਅਦ ਉਹ ਜ਼ਬਰਦਸਤੀ ਦੁਕਾਨ ਖਾਲੀ ਵੀ ਕਰਾਉਣ। ਮਤਲਬ ਜੋ ਉਹਨਾਂ ਨੇ ਗੱਲ ਕਹੀ ਉਹ ਉਹਨਾਂ ਨੇ ਕਰਤੀ ਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਫਿਰ? ਸਰ ਐਕਸ਼ਨ ਪੁਲਿਸ ਦਾ ਇਹ ਹੈ ਕਿ ਅੱਜ ਤੱਕ ਉਹ ਬੰਦੇ ਅਰੈਸਟ ਨਹੀਂ ਹੋਏ। ਇਹ ਹੈ ਨੌਨ ਅਵੇਲੇਬਲ ਉਹਨਾਂ ਦੇ FIR ਹੋਈ ਹੈ 16 ਨਵੰਬਰ ਨੂੰ ਜਿਹੜਾ ਵਾਕਿਆ ਹੋਇਆ ਹੈ। ਉਸ ਦੌਰਾਨ 17 ਤਰੀਕ ਉਹਨਾਂ ਤੇ FIR ਹੋਈ। ਉਸ FIR ਤੋਂ ਬਾਅਦ ਮੇਰੇ ਔਰ ਮੇਰੀ ਵਾਈਫ ਦੇ ਖਿਲਾਫ ਇੱਕ ਝੂਠਾ DDR ਸਾਡੇ ਅਗੇਂਸਟ ਕੀਤਾ ਗਿਆ, ਸਿਰਫ ਸਾਨੂੰ ਡਰਾਉਣ ਲਈ। ਅਸੀਂ ਆਪਣੀ ਕੰਪਲੇਂਟ ਵਾਪਸੀ ਲੈ ਲਈਏ, ਸਾਨੂੰ ਧਮਕਾਉਣ ਲਈ। ਜਦੋਂ ਇਸ ਚੀਜ਼ ਤੋਂ ਵੀ ਉਹ ਰਾਸ ਨਹੀਂ ਆ ਪਾਏ, ਅਸੀਂ 22 ਤਰੀਕ ਮੈਂ SSP ਸਾਹਿਬ NS ਮਹਿਲ ਸਾਹਿਬ ਕੋਲ ਗਿਆ। ਮੈਂ ਆਪਣੀ ਕੰਪਲੇਂਟ ਦਿੱਤੀ ਕਿ ਬਈ ਇਹਨਾਂ ਨੇ ਧਾਰਾਂ ਵੀ ਠੀਕ ਨਹੀਂ ਲਗਾਈਆਂ, ਧਾਰਾਂ ਜ਼ਿਆਦਾ ਲੱਗਣੀ ਚਾਹੀਦੀ ਸੀਗੀਆਂ, ਕਿਉਂਕਿ ਇਟ ਇਜ਼ ਅ ਕਲੀਅਰ ਕੇਸ ਆਫ ਡਕੈਤੀ। ਇਟ ਇਜ਼ ਅ ਕਲੀਅਰ ਕੇਸ ਆਫ ਡਕੈਤੀ। ਰਾਤੀ 10 ਵਜੇ ਤੁਸੀਂ ਕਿਸੇ ਦੀ ਦੁਕਾਨ 'ਚ ਚੋਰੀ ਕਰਦੇ ਹੋਏ ਉਹ ਬੰਦੇ 'ਤੇ ਹਮਲਾ ਕਰ ਰਹੇ ਹੋ, ਉਹ ਵੀ ਜਾਨਲੇਵਾ, ਜਾਨ ਤੋਂ ਮਾਰਨ ਦਾ ਤੁਸੀਂ ਪੂਰਾ ਅਟੈਂਪਟ ਕਰ ਲਿਆ। ਉਸ ਤੋਂ ਬਾਅਦ ਵੀ ਧਾਰਾਂ ਨਹੀਂ ਲੱਗੀਆਂ। 22 ਤਰੀਕ ਤੋਂ ਬਾਅਦ ਜਦੋਂ ਮੈਨੂੰ NS ਮਹਿਲ ਸਾਹਿਬ ਨੇ ਆਸ਼ਵਾਸਨ ਦਿੱਤਾ, ਮੇਰੇ ਬ੍ਰਦਰ ਨੇ ਟਵੀਟ ਕੀਤੀ ਸੀ ਉਸ ਤੋਂ ਪਹਿਲਾਂ, FIR ਤੋਂ ਪਹਿਲਾਂ, ਤਾਂ ਜਾ ਕੇ ਕਿਤੇ SSP ਸਾਹਿਬ ਤੋਂ ਹਲਚਲ ਹੋ ਕੇ FIR ਦਰਜ ਹੋਈ, ਵਰਨਾ ਇਹ FIR ਵੀ ਦਰਜ ਨਹੀਂ ਹੋਣ ਦੇ ਰਹੇ ਸੀਗੇ। ਤੇ SSP ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਹਾਡੀ ਕਾਰਵਾਈ ਹੋਏਗੀ, ਤੁਹਾਨੂੰ ਪੀਸਫੁਲੀ ਕੰਮ ਕਰਨਾ ਦਿੱਤਾ ਜਾਏਗਾ। ਤੇ ਮੈਂ DSP ਸਾਹਿਬ ਕੋਲ ਗਿਆ, ਗੁਰਬਖਸ਼ ਮਾਨ ਸਾਹਿਬ ਕੋਲ, ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਹਾਡੀ ਕਾਰਵਾਈ ਹੋਏਗੀ। ਹੋਇਆ ਕੀ ਜੀ, SHO ਸਾਹਿਬ ਨੇ ਸਾਨੂੰ ਬੁਲਾਇਆ ਔਰ ਇਹ ਗੱਲ ਕਹੀ ਹਰਜਿੰਦਰ ਸਿੰਘ ਜੀ ਨੇ ਕਿ ਤੁਸੀਂ ਕੰਪਰੋਮਾਈਜ਼ ਕਰ ਲਓ। ਇਹ ਗੱਲ ਹੈ ਜਦੋਂ ਮੈਂ SSP ਸਾਹਿਬ ਤੋਂ ਮਿਲ ਕੇ ਆ ਗਿਆ ਸੀ। ਤੇ ਅਸੀਂ ਕਿਹਾ ਜੀ ਅਸੀਂ ਕੰਪਰੋਮਾਈਜ਼ ਕਿਉਂ ਕਰਾਂਗੇ ਕ੍ਰਿਮੀਨਲਸ ਨਾਲ, ਦੇ ਹੈਵ ਅਟੈਂਪਟਡ ਮਰਡਰ, ਉਹ ਮੈਨੂੰ ਜਾਨ ਤੋਂ ਮਾਰਨਾ ਚਾਹੁੰਦੇ ਨੇ, ਮੈਂ ਉਹਨਾਂ ਨਾਲ ਕੰਪਰੋਮਾਈਜ਼ ਕਿਸ ਤਰ੍ਹਾਂ ਕਰ ਲਾਂ। ਤੇ ਉਹ ਇਹ ਗੱਲ ਹੈਗੀ ਹੈ ਜੀ 24 ਜਾਂ 25 ਤਰੀਕ ਦੇ ਆਸ-ਪਾਸ ਦੀ। ਇਮੀਡੀਏਟਲੀ ਨੈਕਸਟ ਡੇ 27 ਤਰੀਕ ਜਦੋਂ ਉਹਨਾਂ ਨੂੰ ਮੈਂ ਦੱਸਤਾ ਕਿ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ, 27 ਤਰੀਕ ਮੇਰੇ ਤੇ ਇੱਕ ਝੂਠਾ ਪਰਚਾ ਹੋਰ ਦਰਜ ਹੋ ਜਾਂਦਾ ਹੈ, ਜਿਹਦੇ ਵਿੱਚ ਇਹਨਾਂ ਜਿਹੜੇ ਮੇਰੇ ਲੈਂਡਲੋਰਡ ਨੇ ਅਮਰਜੀਤ ਸਿੰਘ, ਉਹਨਾਂ ਦੀ ਤਰਫੋਂ ਇਹ ਕਿਹਾ ਜਾਂਦਾ ਹੈ, ਉਹਨਾਂ ਦੀ ਵਾਈਫ ਦੀ ਤਰਫੋਂ, ਕਿ ਕੋਈ 3 ਅਗਿਆਤ ਮੁੰਡੇ ਉਹਨਾਂ ਦੇ ਘਰ ਵੜ ਕੇ ਉਹਨਾਂ ਤੇ ਹਮਲਾ ਕੀਤਾ। ਤੇ ਮੈਂ ਰਮਿੰਦਰ ਸਿੰਘ ਜਿਹੜਾ ਗੱਡੀ 'ਚ ਬੈਠਾ ਹੋਇਆ ਸੀਗਾ, ਤੇ ਉਹਨਾਂ ਨੇ 3 ਗੁੰਡਿਆਂ ਨੇ ਜਾਂ 3 ਜੋ ਵੀ ਅਨਨੋਨ ਲੋਕ ਸੀਗੇ, ਉਹਨਾਂ ਨੇ ਭੱਜਦੇ ਹੋਏ ਕਿਹਾ ਕਿ ਰਮਿੰਦਰ ਗੱਡੀ ਬਚਾ ਲੈ। ਸੋ ਇਟ ਇਜ਼ ਅ ਕਲੀਅਰ ਕੇਸ, ਕੋਈ ਵੀ ਪਹਿਚਾਣ। ਅੱਛਾ 27 ਤਰੀਕ ਤੱਕ ਤੁਹਾਡੇ ਟਾਂਕੇ ਖੁੱਲ ਗਏ ਸੀ ਕਿ ਨਹੀਂ? ਵੀਰ ਜੀ 27 ਤਰੀਕ ਤੱਕ ਮੇਰੇ ਕੋਈ ਟਾਂਕੇ ਨਹੀਂ ਖੁੱਲੇ ਸੀਗੇ। ਮੈਂ ਟਾਂਕੇ ਖੁਲਵਾਏ ਨੇ ਕੋਈ ਜਾ ਕੇ 3 ਜਾਂ 4 ਤਰੀਕ ਨੂੰ। ਨਹੀਂ, ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ, ਜਿਹੜਾ ਬੰਦੇ ਦਾ ਪਹਿਲੀ ਨੰਬਰ ਤੇ ਨਾਮ ਪਿਆ ਹੋਇਆ ਪਰਚੇ 'ਚ, ਪਹਿਲੀ ਗੱਲ ਤਾਂ ਹੈਗੀ ਹੈ ਪੁਲਿਸ ਵੱਲੋਂ ਤਲਵਾਰਾਂ ਦੇ ਨਾਲ ਜੋ ਹੈ ਹਮਲਾ, ਜੋ ਡਕੈਤ ਆਏ ਸੀ ਉੱਥੇ ਜਿਨ੍ਹਾਂ ਨੇ ਵੀ ਕੀਤਾ ਗਿਆ। ਪੁਲਿਸ ਨੇ ਧਾਰਾ ਜੋ ਚਾਹੀਦੀ ਸੀ ਉਹ ਨਹੀਂ ਲਾਈ। 5 ਤੋਂ ਜ਼ਿਆਦਾ ਜਣੇ ਸੀ ਜੋ ਡਕੈਤੀ ਕਰਨ ਆਏ ਸੀ। ਡਕੈਤੀ ਕਹਾਂਗੇ ਕਿਉਂਕਿ 5 ਤੋਂ ਜ਼ਿਆਦਾ ਜਿਹੜੇ ਬੰਦੇ ਆਏ ਨੇ, 40-50 ਲੱਖ ਦਾ ਮਾਲ ਲੈ ਕੇ, ਚੋਰੀ ਤਾਂ ਹੁੰਦੀ ਨਹੀਂ, ਉਹਦਾ ਡਕੈਤੀ ਹੋ ਗਈ। ਪੁਲਿਸ ਨੇ ਉਹ ਧਾਰਾ ਵੀ ਨਹੀਂ ਲਾਈ। ਇਸ ਬਾਰੇ ਅਸੀਂ ਗੱਲਬਾਤ ਕੀਤੀ IO ਸਤਵੀਰ ਸਿੰਘ ਜੀ ਦੇ ਨਾਲ, ਉਹਨਾਂ ਨੇ ਕੀ ਕੁਝ ਕਿਹਾ ਹੈ, ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣੋ। ਇਸੇ ਸਤਵੀਰ ਸਿੰਘ ਜੀ ਗੱਲ ਕਰ ਰਹੇ ਨੇ ਡੇਰਾਬੱਸੀ ਤੋਂ? ਹਾਂਜੀ ਹਾਂਜੀ ਸਰ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਹੇ ਹਾਂ ਜੀ, ਚੰਡੀਗੜ੍ਹ ਤੋਂ ਪੱਤਰਕਾਰ। ਹਾਂਜੀ 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 ਸਰ, ਇੱਕ ਤੁਸੀਂ IO ਹੈਗੇ ਹੋ 336 ਨੰਬਰ FIR ਦੇ। ਹਾਂਜੀ ਹਾਂ ਸਰ, ਉਹਦੇ ਬਾਰੇ ਪੁੱਛਣਾ ਸੀਗਾ ਜੀ, ਤਲਵਾਰਾਂ ਦੇ ਨਾਲ ਹਮਲਾ ਹੋਇਆ ਹੈ, ਤੁਸੀਂ ਕਿਤੇ ਗ੍ਰੀਵੈਂਸ ਸਾਰਾ ਲਾਇਆ ਨਹੀਂ, ਤੁਸੀਂ ਤਾਂ ਮਾਮੂਲੀ ਹਰਟ ਦਾ ਲਾਤਾ ਹੈ ਜੀ, ਧਾਰਾ ਸੈਕਸ਼ਨ ਦਾ ਲਾਇਆ। ਮੈਂ ਕਿਹਾ ਤਲਵਾਰਾਂ ਨਾਲ ਹਮਲਾ ਹੋਇਆ ਹੈ,
ਤੇ ਤੁਸੀਂ ਉਹਦੇ ਸੈਕਸ਼ਨ ਲਾਇਆ ਹੀ ਨਹੀਂ। ਕੰਮ ਨਾ ਸਿਖਾਓ ਜੀ ਤੁਸੀਂ ਮੈਨੂੰ। ਨਹੀਂ ਕੰਮ ਨਹੀਂ, ਮੈਂ ਪੁੱਛ ਰਿਹਾ ਜੀ, ਪੁੱਛ ਰਿਹਾ ਮੈਂ ਤੁਹਾਨੂੰ। ਜੋ ਡਾਕਟਰ ਨੇ ਲਿਖਿਆ ਉਸੇ ਦੇ ਹੁੰਦਾ ਜੀ। ਗ੍ਰੀਵੈਂਸ ਬਣਦੀ ਕਿ ਨਹੀਂ ਬਣਦੀ ਤਲਵਾਰਾਂ ਨਾਲ? ਤੁਹਾਨੂੰ ਗ੍ਰੀਵੈਂਸ ਕਿਹਨੇ ਕਿਹਾ? ਨਹੀਂ ਤਲਵਾਰਾਂ ਨਾਲ ਤੁਹਾਡੇ ਨਾਲ ਕਹਿਣਾ ਥੋੜੀ ਬਣੂਗੀ, ਜੋ ਡਾਕਟਰ ਲਿਖੂਗਾ ਉਹਦੇ ਨਾਲ ਬਣੂਗੀ। ਅੱਛਾ, ਮਤਲਬ ਤਲਵਾਰਾਂ ਸੀਸੀਟੀਵੀ ਵੀ ਹੈਗਾ, ਸਭ ਕੁਝ ਹੈਗਾ, ਤਾਂ ਨਹੀਂ ਬਣਦੀ ਜੋ ਤਲਵਾਰਾਂ ਦੇ ਮਰਜ਼ੀ ਪੱਟਾਂ ਨਾਲ। ਹੋਵੇ ਡਾਕਟਰ ਸਾਹਿਬ ਜੋ ਲਿਖਣਗੇ। ਅੱਛਾ ਜੀ। ਤੇ ਸਰ ਜਿਹੜੀ ਚੋਰੀ ਦਾ ਹੁੰਦਾ, ਚੋਰੀ ਦਾ ਤੁਸੀਂ ਮੇਰੇ ਖਿਆਲ ਲਾਇਆ ਵਿੱਚ ਨਾ, 5 ਤੋਂ ਜ਼ਿਆਦਾ ਜੇ ਬੰਦੇ ਹੋਣ ਤਾਂ ਉਹ ਚੋਰੀ ਹੁੰਦੀ ਹੈ ਜਾਂ ਫਿਰ ਉਹ ਡਕੈਤੀ ਹੁੰਦੀ ਹੈ ਜੀ ਕਾਨੂੰਨ ਦੇ ਮੁਤਾਬਕ? ਤੁਹਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ। ਨਹੀਂ ਸਰ, 5 ਤੋਂ ਜ਼ਿਆਦਾ ਬੰਦੇ ਜੇ ਜਾ ਕੇ ਇੱਕ ਜਗ੍ਹਾ ਜਾ ਕੇ ਕਰਨ। ਹੁੰਦੇ ਆ ਸ਼ਾਰਪ ਹਾਂਜੀ ਤਾਂ ਲੱਗਦੀ ਹੈ। ਹਾਂਜੀ 324 ਤਾਂ ਲੱਗਦੀ ਸ਼ਾਰਪ ਸੱਟ ਹੋਏ ਜੀ। ਸਰ ਵੀ ਤਲਵਾਰਾਂ ਨਾਲ ਕਿਹੜਾ ਖੁੰਡੀਆਂ ਵੱਜੀਆਂ ਜੀ? ਤਲਵਾਰਾਂ ਦੇ ਨਾਲ ਸ਼ਾਰਪ ਹੁੰਦਾ ਲਾਈ ਹੈ ਲੱਗੀ ਹੈ ਜੀ 324। ਸਰ 300। ਸਰ ਮੈਂ ਡਕੈਤੀ ਦੀ ਤੁਸੀਂ ਗੱਲ ਕਹਿਣਾ ਕਰ ਕੀ ਰਿਹਾ ਚਾਹੁੰਦੇ ਹੋ ਜੀ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਨੂੰ ਇਹ ਪੁੱਛ ਰਿਹਾ ਜੀ, ਜਿਹੜੀ 5 ਤੋਂ ਜ਼ਿਆਦਾ ਬੰਦੇ ਜਾ ਕੇ ਕਿਤੇ ਚੋਰੀ ਕਰਨ ਜਾਂ ਉਹ ਕਰਨ, ਉਹ ਚੋਰੀ ਹੁੰਦੀ ਹੈ 5 ਤੋਂ ਵੱਧ ਬੰਦਿਆਂ ਦੀ ਜਾਂ ਡਕੈਤੀ ਹੁੰਦੀ ਹੈ ਜੀ? ਹੈ ਜੀ 5 ਤੋਂ ਜ਼ਿਆਦਾ ਬੰਦੇ ਹੋਣ, 10-12 ਬੰਦੇ ਹੋਣ, ਉਹ ਚੋਰੀ। ਤੁਸੀਂ ਮੈਂ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਮੈਨੂੰ ਸਰ ਮੈਂ ਪੱਤਰਕਾਰ ਹਾਂ ਜੀ, ਮੈਂ ਤਾਂ ਅਪਡੇਟ ਲਊਂਗਾ ਜੀ, ਮੈਂ ਖਬਰ ਕਰ ਰਿਹਾ। ਨੋ ਕਰ ਲਾ ਲਓ ਕੋਈ ਗੱਲ। ਤੁਸੀਂ ਕੰਪਲੇਨਟ ਨੂੰ ਕਹਿ ਰਹੇ ਹੋ ਸਮਾਨ ਦਾ ਅਸੀਂ ਤਾਂ ਰਿਕਵਰ ਕਰੀ ਤੇ ਸਾਨੂੰ ਪਤਾ ਨਾ ਹੋਵੇ ਕਿੱਥੇ ਹੈ ਸਮਾਨ। ਰਿਕਵਰ ਕੀਤਾ ਤੁਸੀਂ? ਤੁਸੀਂ ਮੈਨੂੰ ਤੁਹਾਨੂੰ ਕੋਈ ਰਾਈਟ ਨਹੀਂ ਹੈਗਾ ਪੁੱਛਣ ਦਾ। ਸਰ ਕਿਉਂ ਨਹੀਂ ਹੈਗਾ ਜੀ? ਪੱਤਰਕਾਰ ਮੈਂ ਬਿਲਕੁਲ ਤੁਸੀਂ ਨਹੀਂ। ਸਰ ਤੁਸੀਂ ਪਬਲਿਕ ਸਰਵੈਂਟ ਹੋ ਜੀ, ਤੁਸੀਂ ਆਈ ਹੋ ਕੇਸ ਦੀ ਜਾਣਕਾਰੀ ਤੁਹਾਡੀ ਕੋਲੋਂ ਲੈਣੀ ਹੋਊਗੀ, ਕਿਤੋਂ ਲੈਣੀ ਹੈ? ਇੱਥੇ ਆ ਕੇ ਗੱਲ ਕਰੋ ਪੁਲਿਸ ਸਟੇਸ਼ਨ। ਇੱਥੇ ਆ ਕੇ ਕੋਈ ਗੱਲ ਕਰੋ, ਅਸੀਂ ਵਿਹਲੇ ਹੋਣਾ, ਫੋਨ ਤੇ ਹੈਗਾ, ਫੋਨ ਕਾਹਨੂੰ ਰੱਖਿਆ? ਤਾਂ ਆਈਓ ਸਾਹਿਬ ਫੋਨ ਕੱਟ ਗਏ। ਆਈਓ ਸਾਹਿਬ ਕੋਲ ਸਵਾਲਾਂ ਦੇ ਜਵਾਬ ਨਹੀਂ ਸੀ। ਅੱਗੇ ਤੋਂ ਕਹਿੰਦੇ ਨੇ ਵੀ ਤੁਹਾਡੇ ਕੋਲ ਕੀ ਅਥਾਰਟੀ ਹੈ, ਤੁਸੀਂ ਸਵਾਲ ਪੁੱਛ ਰਹੇ ਹੋ? ਜਨਾਬ ਅਸੀਂ ਸਵਾਲ ਨਹੀਂ ਪੁੱਛਾਂਗੇ ਤਾਂ ਸਵਾਲ ਕੌਣ ਪੁੱਛੇਗਾ? ਇਨਵੈਸਟੀਗੇਸ਼ਨ ਜੇ ਤੁਸੀਂ ਕੀਤੀ ਹੈ, ਸੀਸੀਟੀਵੀ ਫੁਟੇਜ ਜੋ ਤੁਸੀਂ ਪ੍ਰੀਕਿਓਰ ਕੀਤੀ ਹੈ, ਇਹਨਾਂ ਦੇ ਸੀਸੀਟੀਵੀ ਜਾਂ ਡੀਵੀਆਰ ਤੋਂ ਪਹਿਲਾਂ ਹੀ ਪੱਟ ਕੇ ਲੈ ਗਏ ਸੀ। ਉਹ ਨਾਲ ਵਾਲੀ ਦੁਕਾਨ ਤਾਂ ਮਕਾਨ ਮਾਲਕ ਦੀ ਹੈ ਨਾ, ਜਿਹਦੇ ਉੱਤੇ ਇਲਜ਼ਾਮ ਲੱਗੇ ਨੇ, ਜਿਹਨੂੰ ਤੁਸੀਂ ਗ੍ਰਿਫਤਾਰ ਵੀ ਨਹੀਂ ਕੀਤਾ, ਉਹਦੀ ਦੁਕਾਨ ਦੀ ਫੁਟੇਜ ਲੈਂਦੇ ਤੁਸੀਂ, ਗਲੀ ਮੁਹੱਲੇ ਦੀ ਇਕੱਠੇ ਕਰਦੇ। ਇਹਨਾਂ ਨੇ ਸਾਰੀ ਫੁਟੇਜ ਰੱਖੀ ਹੋਈ ਹੈ। ਬੰਦੇ ਤਲਵਾਰਾਂ ਲਹਿਰਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ, ਟੈਂਪੂ ਜਿਹਦੇ ਵਿੱਚ ਉਹ ਡਕੈਤੀ ਕਰਕੇ ਸਾਰਾ ਸਮਾਨ ਲੈ ਕੇ ਗਏ ਨੇ ਉਹ ਵੀ ਨਜ਼ਰ ਆ ਰਹੇ ਨੇ, ਤੇ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਹੋ। ਟੈਂਪੂ ਦੀ ਤੁਸੀਂ ਨੰਬਰ ਵੀ ਦਿੱਤਾ ਹੈ, ਤੁਸੀਂ ਇੱਕ ਵੀਡੀਓ ਦਿਖਾਈ ਹੈ ਰਮਿੰਦਰ ਜੀ ਉਹਨਾਂ ਨੇ। ਦੇਖੋ ਜਿਨ੍ਹਾਂ ਦੇ ਬੀਤਦੀ ਹੈ ਉਹ ਜਾਣਦਾ ਹੈ ਬੰਦਾ। ਇਹਨਾਂ ਨੇ ਖੁਦ ਉਹ ਟੈਂਪੂ ਵਾਲੇ ਨੂੰ ਲੱਭਿਆ ਹੈ। ਟੈਂਪੂ ਵਾਲਾ ਅੱਗੇ ਤੋਂ ਕੀ ਕਹਿੰਦਾ ਤੁਸੀਂ ਘਰੋਂ ਵੀ ਪਹਿਲਾਂ ਜ਼ਰੂਰ ਸੁਣੋ। पूरा खड़े थे उधर मैं लेट आया, फोन कराया पूछ ले नहीं सारा, मैं चक्कर लाने गया, मैंने चोरी करी है नहीं। वो तो मान चुके हैं ना। ठीक है, मेरे पास बंदे आए नहीं। ठीक है, कहाँ के बंदे? हाँ बोल। डरा बसी थे, कह रहा भाई चक्कर लाना। अच्छा। मैं ला दूंगा जी। हाँ। मैं चक्कर लेकर लेंगे जी और आगे कैंप होना, दूजी गड्डी माल पलटी करा ले। कितने पलटी कराया? कैंप च नहीं कराया। कैंप ਤੁਹਾਨੂੰ ਗੱਡੀ ਦੇ ਦੂੰਗਾ ਜਿਹੜੀ ਮੈਂ ਪਲਟੀ ਮਾਰਿਆ। तू ਅਗਲੇ ਸਾਲ ਦਾ ਠੀਕ ਹੈ ਨਹੀਂ, ਜਿਹੜੀ ਗੱਡੀਆਂ ਮਾਲ ਪਲਟੀ ਵੱਜਿਆ ਜੀ। एक मिनट रुक, ਛੋਟਾ ਹਾਥੀ ਦਾ एक मिनट रुक। तू गड्डी A1 होटल लेके गया सी? ठीक है ना सर, पता क्या बैठो बैठो जी। पूरे तू डेरा बसी गया बैठो। जो बात ने कह रहे उस तरह होया होया ना। ਇਹ ਵੀ ਉਹ ਬਤਾ ਕੇ ਦੁਕਾਨ ਕੌਣ ਲੈ ਗਿਆ। ਮੈਂ ਤੁਹਾਨੂੰ ਦੱਸ ਰਿਹਾ ਮਸਲਾ ਨੂੰ ਦੱਸ ਲੈ ਜੀ। ਹਾਂ ਭਾਜੀ ਪਹਿਲਾਂ ਕਹਿੰਦਾ ਵੀ ਹਮਾਰਾ ਸ਼ੋਰੂਮ ਹੈ ਸੇਠੀ ਢਾਬੇ ਕੋਲ, ਉਹਦੇ ਤੇ ਖਾਲੀ ਕਰਨੀ ਹੈ। ਉਹ ਉਹਨਾਂ ਦੇ ਉੱਤੇ ਗੱਡੀ ਤੋਰਦੀ ਮੇਰੀ ਗੱਲ ਕੀ ਗੱਲ ਠੀਕ ਆ। ਪੂਰਾ ਕੈਂਪ ਮਾਗਾ ਮਾਲ ਪਲਟੀ ਵਿੱਚ ਗੱਡੀ ਕਰ ਦੂੰ ਮੁੜਾ ਤੇਰੀ ਜੀ ਠੀਕ ਆ। ਮੈਨੂੰ ਨਹੀਂ ਉਸ ਬੰਦੇ ਦਾ ਪਤਾ ਜੀ, ਉਹ ਬੰਦੇ ਨੇ ਭੇਜਿਆ ਤਾਂ ਉਹੀ ਬੰਦਾ ਨੂੰ ਉਸ ਤੋਂ ਪਹਿਲੇ ਵੀ ਤਾਂ ਲੈ ਗਿਆ। ਤਾਂ ਟੈਂਪੂ ਵਾਲਾ ਮੰਨਦਾ ਪਿਆ ਕਿ ਉੱਥੋਂ ਸਮਾਨ ਲੈ ਕੇ ਆਏ ਆ। ਉੱਤੋਂ ਆਈਓ ਸਾਹਿਬ ਜੋ ਨੇ ਫੋਨ ਕੱਟ ਗਏ। ਹਾਲਾਂਕਿ ਸਵਾਲ ਉਹਨਾਂ ਨੂੰ ਹਲੇ ਹੋਰ ਵੀ ਬੜੇ ਕਰਨੇ ਸੀ। ਜਦੋਂ ਸਮਾਨ ਬਾਰੇ ਰਮਿੰਦਰ ਜੀ ਨੇ ਆਈਓ ਸਾਹਿਬ ਨੂੰ ਕਿਹਾ ਵੀ ਸਮਾਨ ਦੀ ਰਿਕਵਰੀ ਦਾ ਕਰਵਾ ਦਿਓ, ਲੱਭ ਤਾਂ ਲਓ। ਅੱਗੇ ਆਈਓ ਸਾਹਿਬ ਕੀ ਕਹਿੰਦੇ ਨੇ ਤੁਸੀਂ ਉਹ ਵੀ ਇੱਕ ਵਾਰ ਜ਼ਰੂਰ ਸੁਣੋ। ਉਹਦੀ ਟੈਂਪੋ ਵਾਲੇ ਦੀ ਫੋਟੋ ਹੈ ਤੇ ਗੱਡੀ ਦਾ ਨੰਬਰ ਹੈ, ਉਹਦਾ ਕੁਝ ਹੋਇਆ ਨਹੀਂ? ਮਾਲ ਵਗੈਰਾ ਨਹੀਂ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ? ਯਾਰ ਉਹਦਾ ਤਾਂ ਹੁੰਦਾ ਵੀ ਪਤਾ ਨਹੀਂ ਲੱਗ ਰਿਹਾ ਮਾਲ ਕੌਣ ਲੈ ਗਿਆ, ਉਹ ਤਾਂ ਗੱਲ ਤਾਂ ਹੁੰਦੀ ਹੈ। ਹੁਣ ਤਾਂ ਆਪਾਂ ਨੂੰ ਪਤਾ ਹੀ ਹੈ। ਹਾਂਜੀ ਚਲੋ ਆ ਕੇ ਗੱਲ ਕਰਿਓ ਤੁਸੀਂ, ਫਿਰ ਕਰਾਂਗੇ। ਨਹੀਂ ਮੈਨੂੰ ਹੁਕਮ ਕਰੋ, ਮੈਂ ਤਾਂ ਤੁਹਾਨੂੰ ਦੱਸਿਆ ਮੈਂ 3-4 ਦਿਨ ਚ ਆਵਾਂਗਾ ਨਾ। ਆਹੋ ਆ ਜਾਓ, ਫਿਰ ਤੁਹਾਡੇ ਆਉਣ ਤੇ ਗੱਲ ਬਣੂਗੀ ਨਾ। ਅੱਛਾ ਤੁਸੀਂ ਮੈਨੂੰ ਡਾਕੂਮੈਂਟ ਦੇ ਕੋਈ ਰੈਂਟ ਐਗਰੀਮੈਂਟ ਦੇ ਹੋਰ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਭੇਜ ਦਿੱਤੇ ਸੀਗੇ। ਆਪਣਾ ਜਿਹੜੇ ਫੋਟੋਗ੍ਰਾਫ ਸੀਗੀਆਂ ਇਨੋਗ੍ਰੇਸ਼ਨ ਦੀ, ਦੁਕਾਨ ਦੀਆਂ, ਤੇ ਆਪਣਾ GST ਨੰਬਰ। ਰੈਂਟ ਐਗਰੀਮੈਂਟ ਨਹੀਂ ਹੈਗਾ, ਹਾਰਡ ਕਾਪੀ ਭੇਜਣੀ ਸੀ ਨਾ। ਰੈਂਟ ਐਗਰੀਮੈਂਟ ਤੇ ਵੀਰ ਜੀ ਦੁਕਾਨ ਦੇ ਅੰਦਰ ਪਿਆ ਨਾ, ਜਿਹੜਾ ਉਹਨਾਂ ਨੇ ਅੰਦਰੋਂ ਮਾਲ ਚੋਰੀ। ਤੁਹਾਡੇ ਕੋਲ ਨਹੀਂ ਹੈ? ਮੇਰੇ ਕੋਲ ਕਿੱਥੇ, ਹਾਰਡ ਕਾਪੀ ਦੁਕਾਨ ਤੇ ਰੱਖੀ ਹੋਈ ਸੀ ਨਾ ਮੈਂ। ਅੱਛਾ ਹਾਂਜੀ ਉਹ ਤੇ ਉਹਨਾਂ ਕੋਲ ਹੈ ਹੀ ਹੈ ਰੈਂਟ ਐਗਰੀਮੈਂਟ। ਉਹਨਾਂ ਨੇ ਤਾਂ ਆਪਣੀ ਕੰਪਲੇਂਟ 'ਚ ਲਗਾਇਆ ਹੀ ਹੈ, ਜਿਹੜਾ ਉਹਨਾਂ ਨੇ ਕੰਪਲੇਂਟ ਕੀਤੀ ਹੈ ਉਹਦੇ 'ਚ ਉਹਨਾਂ ਨੇ ਰੈਂਟ ਐਗਰੀਮੈਂਟ ਤੇ ਲਗਾਇਆ ਹੀ ਹੈ। ਨਹੀਂ ਰੈਂਟ ਐਗਰੀਮੈਂਟ ਤਾਂ ਨਹੀਂ ਹੈਗਾ। ਨਹੀਂ ਹੈਗਾ ਜੀ, ਉਹਨਾਂ ਨੇ SSP ਦਫ਼ਤਰ ਵੀ ਦਿੱਤੀ ਹੈ ਕੰਪਲੇਂਟ, ਉਹਦੇ ਉੱਥੇ ਵੀ ਲਗਾਇਆ ਹੈ, ਤੇ ਤੁਹਾਡੇ ਕੋਲ ਆਪਣਾ ਜਿਹੜਾ ਇੱਥੇ ਦਿੱਤੀ ਹੈ ਉੱਥੇ ਵੀ ਲਗਾਇਆ ਹੈ। ਉਹ ਤੇ ਸਰ ਉਹ ਆਇਆ ਨਹੀਂ ਸਾਡੇ ਕੋਲ ਫਿਰ।
ਅੱਛਾ ਤੁਹਾਡੇ ਕੋਲ ਨਹੀਂ ਆਇਆ ਹੋਣਾ ਫਿਰ ਤੇ ਸਰ ਉਹ ਰੈਂਟ ਐਗਰੀਮੈਂਟ ਤੇ ਉਸ ਤੋਂ ਇਲਾਵਾ ਜੀ GST ਦਾ ਪ੍ਰੂਫ ਹੈ, 10 ਤਾਰੀਖ ਦੁਕਾਨ ਦਾ ਹੈ, ਦੁਕਾਨ ਦੀ ਫੋਟੋਆਂ ਨੇ, ਮੇਰਾ ਬੋਰਡ ਹੈ, ਸਭ ਕੁਝ ਹੈ, ਸਾਰੇ ਪ੍ਰੂਫ ਨੇ ਮੇਰੇ ਕੋਲ। ਤੁਸੀਂ ਪਰਚਾ ਵੀ ਤਾਂ ਹੀ ਕੀਤਾ ਵੀ ਮੈਂ ਕਿਰਾਏਦਾਰ ਹਾਂ, ਤਾਂ ਹੀ ਕੀਤਾ ਪਰਚਾ। ਉਹ ਤੇਰੇ ਬਿਆਨ ਤੇ ਹੁੰਦਾ ਨਾ। ਨਹੀਂ ਬਿਲਕੁਲ ਮੇਰੇ ਬਿਆਨ ਡਾਕੂਮੈਂਟ GST ਦਿੱਤਾ ਤੁਹਾਨੂੰ ਮੈਂ, ਬਿਜਲੀ ਦਾ ਬਿੱਲ ਦਿੱਤਾ ਜਿਹੜਾ ਮੈਂ ਪੇ ਕੀਤਾ ਨਾ, ਬਿਜਲੀ ਦਾ ਬਿੱਲ ਦਿੱਤਾ ਹੈ, ਆਪਣਾ GST ਦਿੱਤਾ ਹੈ, ਟੈਲੀਫੋਨ ਦਾ ਜਿਹੜਾ ਉੱਥੇ ਟੈਲੀਫੋਨ ਲੱਗਿਆ ਹੋਇਆ ਹੈ, ਲੈਂਡਲਾਈਨ ਵਾਈਫਾਈ ਲੱਗਿਆ ਹੋਇਆ ਹੈ, ਉਹਦਾ ਬਿੱਲ ਦਿੱਤਾ ਹੈ, ਉਹ ਮੇਰੇ ਨਾਮ ਤੇ ਹੀ ਹੈ, ਫਰਮ ਦੇ ਨਾਮ ਤੇ ਹੈ। ਚਲੋ ਕੱਲ ਨੂੰ ਗੱਲ ਕਰਦੇ ਆ, ਆਪਣੇ ਸਾਹਿਬ ਨੂੰ ਭੇਜ ਦਿੰਦੇ ਇਹਨੂੰ, ਆਪਣਾ ਫੇਰ ਦੀ ਕਾਪੀ ਦੇ ਦੇ। ਠੀਕ ਹੈ ਜੀ, ਠੀਕ ਹੈ। ਆਈਓ ASI ਸਤਵੀਰ ਸਿੰਘ ਜੀ ਦਾ ਕਹਿਣਾ ਹੈ ਸਮਾਨ ਤਾਂ ਲੱਭੀ ਤੇ ਸਾਨੂੰ ਪਤਾ ਨਾ ਹੋਵੇ ਕਿੱਥੇ ਪਿਆ ਹੈ। ਇਹਦਾ ਮਤਲਬ ਕੀ ਹੈ, ਉਹਨਾਂ ਨੂੰ ਪਤਾ ਹੈ ਕਿੱਥੇ ਹੈ? ਸਰ ਟਿਲ ਡੇਟ ਮੈਂ ਤੁਹਾਨੂੰ ਦੱਸਦਾ, ਇਹ ਗੱਲ ਪੂਰੇ ਡੇਰਾਬੱਸੀ ਨੂੰ ਪਤਾ ਹੈ। ਇਨਫੈਕਟ ਸਾਰੇ ਪੁਲਿਸ ਮਹਿਕਮੇ ਨੂੰ ਪਤਾ ਹੈ ਕਿ ਮਾਲ ਜਿਹੜਾ ਹੈ, ਸਮਾਨ ਜਿਹੜਾ ਹੈ ਉਹ ਓਨਰ ਕੋਲ ਹੈ, ਜਾਂ ਤੇ ਉਹਨਾਂ ਨੇ ਖੁਦ ਕੀਤਾ ਹੈ ਜਾਂ ਕੀ ਕੀਤਾ। ਉਹਨੂੰ ਅਰੈਸਟ ਕਿਉਂ ਨਹੀਂ ਕੀਤਾ? 27 ਨੂੰ ਕਹਿੰਦੇ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਵਾਈਫ ਵੱਲੋਂ ਇੱਕ ਨਵੀਂ ਕੰਪਲੇਂਟ ਦਿੱਤੀ ਗਈ ਹੈ, ਕੀ ਉਹਨਾਂ ਨੇ ਪੁਲਿਸ ਡਿਪਾਰਟਮੈਂਟ ਨੇ ਆਈਓ ਸਾਹਿਬ ਫੋਨ ਕੱਟ ਕੇ ਮੈਂ ਬਾਰ-ਬਾਰ ਕਹਿ ਰਿਹਾ ਸਵਾਲਾਂ ਤੋਂ ਭੱਜੇ ਨੇ। ਜੇ ਗਲਤ ਸੀ ਤੁਸੀਂ ਤਾਂ ਹੀ ਭੱਜੇ ਹੋ, ਤੁਹਾਡੇ ਕੋਲ ਸਵਾਲਾਂ ਦੇ ਜਵਾਬ ਨਹੀਂ ਸੀ, ਇਸ ਕਰਕੇ ਤੁਸੀਂ ਭੱਜੇ ਹੋ। ਤੁਸੀਂ ਇਨਵੈਸਟੀਗੇਸ਼ਨ ਠੀਕ ਤਰ੍ਹਾਂ ਨਹੀਂ ਕਰ ਰਹੇ, ਇਸ ਕਰਕੇ ਤੁਸੀਂ ਭੱਜੇ ਹੋ। CDR ਇਹਨਾਂ ਨੇ ਕਢਵਾਈ ਹੈ, ਉਹਨਾਂ ਮੈਡਮ ਦੀ ਵੀ, ਜਾਂ ਤੁਹਾਡੇ ਵਾਲੇ ਕੇਸ ਵਿੱਚ ਤੁਹਾਡੀ ਕੋਈ CCTV ਫੁਟੇਜ ਇਹਨਾਂ ਨੇ ਲਈ ਹੋਵੇ ਜਾਂ ਕੁਝ ਮੰਗਿਆ ਹੋਵੇ, ਜਿੰਨੇ ਐਵੀਡੈਂਸ ਤੁਸੀਂ ਇਕੱਠੇ ਕੀਤੇ ਨੇ, ਕੀ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਐਵੀਡੈਂਸ ਇਕੱਠੇ ਕਰਨ ਦੀ? ਸਰ ਪੁਲਿਸ ਨੇ ਕੋਈ ਵੀ ਐਵੀਡੈਂਸ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਨਫੈਕਟ ਜਿਹੜਾ ਵੀਡੀਓ ਰਿਕਾਰਡਿੰਗ ਤੁਸੀਂ ਟੈਂਪੂ ਵਾਲੇ ਦੀ ਸੁਣਾ ਰਹੇ ਹੋ ਹੈ ਨਾ, ਉਹ ਰਿਕਾਰਡਿੰਗ ਵੀ ਅਸੀਂ ਆਪ ਕਰਾਈ ਹੈ। ਠੀਕ ਹੈ ਜੀ, ਮਤਲਬ ਪੁਲਿਸ ਨੂੰ ਅਸੀਂ ਉਹ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਅਸੀਂ ਕਰਕੇ ਦੇ ਰਹੇ ਹਾਂ, ਜਦਕਿ ਇਹ ਕੰਮ ਪੁਲਿਸ ਦਾ ਹੈ। ਉਹ ਤਾਂ ਆਈਓ ਸਾਹਿਬ ਤਾਂ ਕਹਿ ਰਹੇ ਨੇ ਅਸੀਂ ਤਾਂ ਰਿਕਵਰੀ ਕਰੀਏ, ਸਾਨੂੰ ਪਤਾ ਨਾ ਹੋਵੇ ਤਾਂ ਲੱਭੀਏ ਅਸੀਂ, ਮਤਲਬ ਪਤਾ ਉਹਨਾਂ ਨੂੰ? ਬਿਲਕੁਲ ਸਰ, ਸਭ ਨੂੰ ਪਤਾ ਹੈ, ਆਈਓ ਸਾਹਿਬ ਨੂੰ ਪਤਾ। ਇਨਫੈਕਟ ਅਗਰ ਤੁਸੀਂ FIR ਪੜ੍ਹੋਗੇ, ਉਹਦੇ 'ਚ 5 ਨਾਮ ਜਦ ਬੰਦੇ ਜਿਨ੍ਹਾਂ ਦੇ ਖਿਲਾਫ FIR ਹੋਈ ਹੈ, ਉਹਦੇ 'ਚ ਸਿਰਫ 2 ਬੰਦਿਆਂ ਨੇ ਬੇਲ ਲਈ ਹੈ, ਜਦਕਿ ਹਜੇ ਵੀ 3 ਬੰਦੇ ਨਾਨ ਬੇਲੇਬਲ ਧਾਰਾਂ ਦੇ ਹੋਣ ਦੇ ਬਾਵਜੂਦ ਵੀ ਖੁੱਲੇ ਫਿਰ ਰਹੇ ਨੇ। ਔਰ ਜਿਹੜੇ ਬਾਕੀ 8-10 ਬੰਦੇ 12 ਬੰਦੇ ਜਿਹੜੇ ਸੀਗੇ, ਜਿਹੜੇ ਨਾਲ ਡਕੈਤ ਹੋਰ ਆਏ ਸੀ, ਉਹਨਾਂ ਦੀ ਹਜੇ ਕੋਈ ਪਛਾਣ ਨਹੀਂ ਕੀਤੀ, ਜਦਕਿ ਮੈਂ ਉਹਨਾਂ ਨੂੰ ਐਸਟੀਮੇਟਡ ਨਾਮ ਦੇ ਚੁੱਕਿਆ ਕਿ ਇਹ ਬੰਦੇ ਇਨਵੋਲਵ ਹੈਗੇ ਨੇ, ਜੋ ਲੋਕਲੀ ਵੀ ਸੀਗੇ, ਕੁਝ ਬਾਹਰੋਂ ਵੀ ਆਏ ਸੀਗੇ। ਰਵਿੰਦਰ ਜੀ, ਇੱਕ ਤੁਸੀਂ ਗੱਲ ਕਹਿ ਰਹੇ ਸੀ ਤੁਸੀਂ ਸਟੇ ਲਿਆ ਹੋਇਆ ਹੈ ਮਾਨਿਓ ਕੋਰਟ ਤੋਂ, ਉਹ ਸਟੇ ਜਿਹੜਾ ਮਿਲਿਆ ਹੈ ਤੁਹਾਨੂੰ ਸ਼ਾਪ ਦਾ ਮਿਲਿਆ ਵੀ ਤੁਸੀਂ ਸ਼ਾਪ ਤੁਸੀਂ ਹੀ ਰਹੋਗੇ ਸ਼ਾਪ ਦੇ ਵਿੱਚ? ਬਿਲਕੁਲ ਸਰ, 1 ਫਰਵਰੀ ਨੂੰ ਮਾਨਯੋਗ ਅਦਾਲਤ ਜਿਹੜੀ ਆਪਣੀ ਡੇਰਾਬੱਸੀ ਹੈਗੀ ਹੈ, ਉੱਥੇ ਸਿਵਲ ਜੱਜ ਹੈਗੇ ਜਗਮੀਤ ਸਿੰਘ ਜੀ ਜੱਜ ਸਾਹਿਬ ਨੇ, ਉਹਨਾਂ ਨੇ 1 ਫਰਵਰੀ ਨੂੰ ਆਪਣਾ ਫੈਸਲਾ ਸੁਣਾਇਆ ਸੀਗਾ, ਆਰਡਰ ਦਿੱਤਾ ਹੈ ਜਿਹੜਾ ਇੰਜੰਕਸ਼ਨ ਆਰਡਰ ਹੈ ਅਗੇਂਸਟ ਦੀ ਲੈਂਡਲॉर्ड from interfering in my possession and from dispossessing। मतलब ना मेरे possession च इंटरफेयर कर सकते हैं दुकान च, ना मैंने दुकान चों बाहर कढ़ सकते हैं। नहीं कर सकते। फिर पुलिस वाले की करन आए सी? मैं आवाज़ सुनता पिया। ਅੱਗੇ ਵਧੀਏ, ਇਸ ਤੋਂ ਪਹਿਲਾਂ ਪੁਲਿਸ ਦਾ ਇੱਕ ਹੋਰ ਕਾਰਨਾਮਾ ਦੇਖ ਲਓ। ASI ਸਾਹਿਬ ਸਤਵੀਰ ਜੀ ਜੋ ਆਈਓ ਨੇ ਇਸ ਮਾਮਲੇ 'ਚ, ਉਹ ਵੀ ਮੌਕੇ 'ਤੇ ਖੜੇ ਨੇ। ਮਾਨਯੋਗ ਕੋਰਟ ਦੇ ਹੁਕਮਾਂ ਨੂੰ ਛਿੱਕੇ ਕਿਵੇਂ ਟੰਗੀਦਾ ਹੈ, ਇਹ ASI ਸਾਹਿਬ ਕੋਲੋਂ, ASI ਸਤਵੀਰ ਜੀ ਹੋਣਾ ਕੋਲੋਂ ਤੇ ਉਹਨਾਂ ਦੀ ਟੀਮ ਕੋਲੋਂ ਸਿੱਖੋ ਤੁਸੀਂ, ਜੇ ਕਿਸੇ ਨੂੰ ਨਹੀਂ ਪਤਾ। ਇੱਕ ਵਾਰੀ ਵੀਡੀਓ ਦੇਖੋ ਤੁਸੀਂ। ठीक है जी, आप लेडीज के साथ ऐसे बात करेंगे सर? आप कह रहे हैं ये फेक है, आप कह रहे हैं ये ऑर्डर फेक है, आप जज साहब के सामने ये बोलेंगे कि ऑर्डर फेक है? ठीक है, जज साहब मना कर रहे हैं, जज साहब कह रहे पुलिस को बोलो ऑनलाइन ऑर्डर कर दिया ऑर्डर हमने। अच्छा सर, क्यों कर दी सर बंद? क्यों बंद करें? एक मिनट सर, ये UID नंबर जज का लिखा हुआ ये फेक है? ਤੁਹਾਡੇ ਆਰਡਰ ਸਹੀ ਹੈ ਜੀ, ਬਿਲਕੁਲ ਸਹੀ ਆ, ਤੁਹਾਨੂੰ ਮਿਲ ਗਿਆ। ਤੁਹਾਡਾ ਕੋਰਟ केस, ਤੁਹਾਡੇ ਥਾਣੇ केस ਚੱਲਦਾ, ਤੁਸੀਂ ਥਾਣੇ ਪਹੁੰਚ ਦਿੱਤੀ। सर हमें जज साहब ने बोला था कि ऑनलाइन भी निकलता है, ये ऑनलाइन। आइयो सर कितनी कॉल करेंगे पूछो। फोन कर देता है, ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ? ਅਸੀਂ ਆਪਣੀ ਜਿਹੜੀ ਡਿਊਟੀ ਸੀ ਉਹ ਕਰ ਦਿੱਤੀ ਹੈ। मैडम जी इलेक्शन सर मेरी बात सुनिए, जब मैं आएंगे हम आपके साथ क्यों आएंगे? अपनी गाड़ी में आएंगे, आएंगे अभी क्यों आएंगे? हमारी मर्जी जब आएंगे। सर आप अपना फोन दिखाइए ना, आपको कितने फोन आए हैं हमारे? फिर क्या हो गया जो फोन आ गए? कमाल की बात है, आप तो गिरगिट की तरह रंग बदलते हैं सारे के सारे। मुझे सर इतने पुलिस आ गई सर पूरी थाने को, कहते चलो थाने चलो, दुकान बंद करनी ਤੁਹਾਡਾ ਦੇਸ਼ ਕੇ ਸਾਹਮਣੇ ਆਰਡਰ। ASI ਸਾਹਿਬ ਵੀ ਖੜੇ ਨੇ ਉੱਥੇ
ਤੇ ਨਾਲ ਹੋਰ ਪੁਲਿਸ ਪਾਰਟੀ ਖੜੀ ਹੈ। ਮੇਰੇ ਖਿਆਲ ਸਿਰਫ ਲੇਡੀਜ਼ ਦੀ ਆਵਾਜ਼ ਦੁਕਾਨ ਦੇ ਵਿੱਚੋਂ ਆ ਰਹੀ। ਕੌਣ ਕੌਣ ਉੱਥੇ ਸੀ? ਸਰ ਮੈਂ ਦੱਸਦਾ, ਇਹ ਆਰਡਰ ਹੈ ਸਰ ਜੱਜ ਸਾਹਿਬ ਦਾ, ਠੀਕ ਹੈ ਜੀ। 1 ਫਰਵਰੀ ਦਾ ਆਰਡਰ ਹੈ, ਕਲੀਅਰ ਆਰਡਰ ਹੈ, ਜਿਹਦੇ 'ਚ ਮੈਂ ਤੁਹਾਨੂੰ ਦਿਖਾ ਦਾਂ। ਇਹ 1 ਮਿੰਟ ਸਰ, ਦੇਖੋ ਸਰ, ਇਹ ਕਲੀਅਰ ਆਰਡਰ ਹੈ ਜੀ ਜੱਜ ਸਾਹਿਬ ਦਾ, ਜਗਮੀਤ ਸਿੰਘ ਜੀ ਹੈਗੇ ਨੇ ਜੀ, ਠੀਕ ਹੈ ਜੀ। ਦੁਕਾਨ ਦੇ ਰਿਲੇਟਡ ਆਰਡਰ ਦਿੱਤਾ ਗਿਆ ਜੀ। ਅਸੀਂ 3 ਫਰਵਰੀ ਨੂੰ ਆਪਣੀ ਦੁਕਾਨ ਜਾ ਕੇ ਖੋਲੀ ਹੈ, ਜੀ। ਠੀਕ ਹੈ ਜੀ। ਔਰ 1 ਫਰਵਰੀ ਜਦੋਂ ਆਰਡਰ ਆਇਆ ਨਾ, ਉਸੇ ਦਿਨ ਮੈਨੂੰ ਆਈਓ ਸਾਹਿਬ ਦਾ ਫੋਨ ਆਇਆ, ਬਿਕੋਜ਼ ਹੀ ਵਾਸ ਅਵੇਅਰ ਕਿ ਮੇਰਾ ਕੋਰਟ 'ਚ ਸਿਵਲ ਮੈਟਰ ਚੱਲ ਰਿਹਾ, ਸਟੇ ਦੇ ਰਿਗਾਰਡਿੰਗ ਕੇਸ ਚੱਲ ਰਿਹਾ। ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਬਣਿਆ, ਤੇ ਮੈਂ ਉਹਨੂੰ ਦੱਸਿਆ ਜੀ ਮੈਨੂੰ ਜੱਜ ਸਾਹਿਬ ਨੇ ਸਟੇ ਦੇ ਦਿੱਤਾ। ਨਹੀਂ, ਕੀ ਬਣਿਆ ਕੀ ਹੈ? ਕੋਰਟ ਦਾ ਮੈਟਰ ਦੇਖੀ ਜਾਓਗੇ, ਤੁਸੀਂ ਆਪ ਦੇਖੋਗੇ। ਤੁਸੀਂ ਬੋਲੋ ਆਪਣੀ ਇਨਵੈਸਟੀਗੇਸ਼ਨ ਦਾ ਤੁਹਾਡਾ ਕੀ ਬਣਿਆ ਹੈ, ਤੁਸੀਂ ਕੀ ਕੀਤਾ ਹੁਣ ਤੱਕ? ਬਿਲਕੁਲ ਸਰ, ਮੈਂ ਉਹਨਾਂ ਨੂੰ ਪੁੱਛਿਆ ਮਾਲ ਦਾ ਕੀ ਬਣਿਆ, ਉਹਨਾਂ ਨੇ ਅੱਗੇ ਕੋਈ ਜਵਾਬ ਨਹੀਂ ਦਿੱਤੀ। ਤੇ ਮੈਨੂੰ ਉਹਨਾਂ ਨੇ ਪੁੱਛਿਆ ਦੁਕਾਨ ਦਾ ਤੁਹਾਡਾ ਕੇਸ ਦਾ ਕੀ ਬਣਿਆ, ਮੈਂ ਉਹਨੂੰ ਦੱਸਿਆ ਕਿ ਸਾਨੂੰ ਜੱਜ ਸਾਹਿਬ ਨੇ ਸਟੇ ਦੇ ਦਿੱਤੀ ਹੈ ਔਰ ਉਹਨਾਂ ਦੇ ਅਗੇਂਸਟ ਇੰਜੰਕਸ਼ਨ ਆਰਡਰ ਸਾਨੂੰ ਮਿਲ ਗਿਆ। 3 ਤਰੀਕ ਜਦੋਂ ਅਸੀਂ ਦੁਕਾਨ ਖੋਲੀ, ਉਹਦੇ ਬਾਵਜੂਦ 3 ਤਰੀਕ ਦੁਪਹਿਰੀ 12 ਵਜੇ ਦੇ ਆਸ-ਪਾਸ ਪੂਰੀ ਪੁਲਿਸ ਪਾਰਟੀ, ਪੂਰਾ ਥਾਣਾ ਤੁਸੀਂ ਸਮਝ ਲਓ, ਦਿਖਦੇ ਪਏ ਨੇ ਨਾ ਉਸ ਵੀਡੀਓ ਵਿੱਚ ਬਣੇ, ਦਿਖ ਰਹੇ ਨੇ ਸਾਰੇ। ਵੀਡੀਓ 'ਚ ਤੁਹਾਨੂੰ ਸਾਰੇ ਨਜ਼ਰ ਆ ਰਹੇ ਨੇ। ਉਸ ਤੋਂ ਇਲਾਵਾ ਵੀ ਘੱਟ ਤੋਂ ਘੱਟ 4-5 ਪੁਲਿਸ ਵਾਲੇ ਹੋਰ ਸੀਗੇ। ਮਤਲਬ SHO ਸਾਹਿਬ ਆਪ ਥਾਣੇ ਤੋਂ ਆਏ ਨੇ, ਜਿਵੇਂ ਕਿ ਪਤਾ ਨਹੀਂ ਕੋਈ ਕ੍ਰਿਮੀਨਲ, ਬੜਾ ਮੋਸਟ ਵਾਂਟਡ ਕੋਈ ਕ੍ਰਿਮੀਨਲ ਨੂੰ ਫੜਨ ਆਏ। ਕਿਉਂ ਉੱਥੇ ਆਏ, ਕਿਉਂ ਦੁਕਾਨ ਤੇ? ਮਤਲਬ ਕੀ ਉਹਨਾਂ ਦਾ ਆਂਦਾ? ਸਰ ਉਹ ਮੈਨੂੰ ਆ ਕੇ ਕਹਿੰਦੇ ਨੇ ਕਿ ਬਈ ਤੁਸੀਂ ਦੁਕਾਨ ਖਾਲੀ ਕਰੋ। ਪੁਲਿਸ ਹੁਣ ਕਬਜ਼ੇ ਵੀ ਦਵਾਉਂਦੀ ਹੈ ਦੁਕਾਨਾਂ ਦੇ? ਸਰ ਇਹੀ ਤਾਂ ਸਾਨੂੰ ਸਮਝ ਨਹੀਂ ਆਇਆ। ਤੁਸੀਂ ਉਸ ਤੇ ਅਗਰ ਲੇਡੀਜ਼ ਦੀ ਜਿਹੜੀ ਆਵਾਜ਼ ਸੁਣ ਰਹੇ ਹੋ, ਮਾਈ ਵਾਈਫ, ਮਾਈ ਸਿਸਟਰ, ਮਾਈ ਮਦਰ, ਉਹ ਸੀਗੇ। ਔਰ ਤੁਸੀਂ ਇਹ ਦੇਖੋ ਕਿ ਨਾ ਉਹਨਾਂ ਕੋਲ ਕੋਈ ਲੇਡੀਜ਼ ਪੁਲਿਸ ਸੀਗੀ, ਉਹ ਫਿਰ ਵੀ ਸਾਡੀ ਮੇਰੀ ਮਦਰ ਨੂੰ ਉਹਨਾਂ ਨੇ ਧੱਕੇ ਮਾਰੇ ਤੇ ਮੇਰੀ ਮਿਸਿਸ ਨਾਲ ਬਦਤਮੀਜ਼ੀ ਕੀਤੀ, ਗਾਲਾਂ ਕੱਢੀਆਂ, ਤੇ ਉਹ ਸਾਨੂੰ ਕਹਿੰਦੇ ਦੁਕਾਨ ਬੰਦ ਕਰੋ, ਸਾਨੂੰ ਉੱਪਰੋਂ ਆਰਡਰ ਨੇ। ਠੀਕ ਹੈ, ਅਸੀਂ ਉਹਨਾਂ ਨੂੰ ਪੁੱਛਿਆ ਵੀ ਜੱਜ ਸਾਹਿਬ ਤੋਂ ਉੱਪਰ ਕੌਣ ਹੈ, ਜੱਜ ਸਾਹਿਬ ਤੋਂ ਉੱਪਰ ਕੋਈ ਆਰਡਰ ਹੋ ਗਿਆ ਤੁਹਾਨੂੰ? ਪਹਿਲੇ ਤਾਂ ਉਹਨੇ ਕਹਿੰਦੇ ਅਸੀਂ ਇਹ ਆਰਡਰ ਨਹੀਂ ਮੰਨਦੇ, ਕਹਿੰਦੇ ਇਸ ਆਰਡਰ ਦੇ ਸਾਈਨ ਨਹੀਂ ਹੈਗੇ। ਇੱਕ ਵਾਰ ਜੇ ਤੁਸੀਂ ਆਰਡਰ ਨਹੀਂ ਨਾ ਮੰਨਦੇ, ਇੱਕ ਵਾਰ ਮਾਣਿਓ ਕੋਰਟ ਦੇ ਸਾਹਮਣੇ ਜਾ ਕੇ ਕਹਿ ਦਿਓ ਵੀ ਅਸੀਂ ਤੁਹਾਡੀ ਆਰਡਰ ਨਹੀਂ ਮੰਨਦੇ, ਫਿਰ ਪਤਾ ਲੱਗੇਗਾ ਵੀ ਕਾਨੂੰਨ ਹੁੰਦਾ ਕੀ ਹੈ। ਤੁਸੀਂ ਜਿਹੜਾ ਲੇਡੀਜ਼ ਤੇ ਜਾ ਕੇ ਵਰਦੀ ਦਾ ਧੌਂਸ, ਜਿਹੜਾ ਤੁਸੀਂ ਧੌਂਸ ਦਿਖਾ ਰਹੇ ਹੋ, ਇਹ ਸ਼ੋਭਾ ਦਿੰਦਾ ਹੈ? ਤੁਸੀਂ ਲਾਅ ਪ੍ਰੋਟੈਕਟਰ ਹੈਗੇ ਹੋ ਜਾਂ ਲਾਅ ਨੂੰ ਤੁਸੀਂ ਛਿੱਕੇ ਤੇ ਟੰਗਣਾ ਹੈ? ਬੜੀ ਸ਼ਰਮ ਵਾਲੀ ਗੱਲ ਹੈ ਯਾਰ। ਤੁਸੀਂ ਮਾਣਿਓ ਕੋਰਟ ਦੇ ਹੁਕਮ ਨੇ, ਜਿਹੜਾ ਮੈਟਰ ਕੋਰਟ ਵਿੱਚ ਚੱਲਦਾ ਪਿਆ। ਤੁਸੀਂ ਆਪਣਾ ਜਿਹੜਾ ਕੇਸ ਸੀਗਾ, ਅਟੈਂਪਟ ਟੂ ਮਰਡਰ ਹੋਇਆ ਜੀ, ਡਕੈਤੀ ਹੋਈ ਹੈ, ਤੁਸੀਂ ਉਹਦੇ ਵਿੱਚ ਨਾ ਤੁਹਾਡੇ ਕੋਲੋਂ ਧਾਰਾ ਲੱਗੀ ਹੈ, ਕਿਹੜੇ ਤੁਸੀਂ ਦਬਾਅ ਹੇਠ ਕੰਮ ਕਰ ਰਹੇ ਹੋ? ਕੀ ਦੂਜੀ ਪਾਰਟੀ ਦਾ ਦਬਾਅ ਹੈਗਾ ਕੋਈ? ਤੁਹਾਨੂੰ ਲੱਗਦਾ ਪਹੁੰਚ ਹੈਗੀ ਹੈ ਪੁਲਿਸ ਤੱਕ? ਪੂਰੀ ਪਹੁੰਚ ਹੈ ਸਰ, ਉਹਨਾਂ ਦੀ ਹਾਇਰ ਅਫੀਸ਼ੀਅਲਸ ਨਾਲ ਪਹੁੰਚ ਹੈ, ਔਰ ਪੋਲੀਟੀਕਲੀ ਤੇ ਉਹ ਬਹੁਤ ਸਟਰੋਂਗ ਨੇ। ਤੇ ਅੱਛਾ, ਉਦੋਂ ਕੋਰਟ ਆਰਡਰਸ ਦੀ ਵੀ ਗੱਲ ਕਰ ਰਹੇ ਨੇ, ਤੁਹਾਡੀ ਵਾਈਫ ਨੇ, ਪਤਾ ਨਹੀਂ ਸਿਸਟਰ ਨੇ, ਜੋ ਵੀ ਬੋਲ ਰਹੇ ਨੇ, ਉਹ ਕਹਿ ਰਹੇ ਨੇ ਨਹੀਂ ਅਸੀਂ ਨਹੀਂ ਮੰਨਦੇ, ਜਾਂ ਕਹਿ ਰਹੇ ਸਾਈਨ ਨਹੀਂ ਹੈਗੇ ਇਹਦੇ ਉੱਪਰ ਕੁਝ ਕਰ। ਸਰ ਦੇਖੀਏ, ਕੋਵਿਡ ਚੱਲ ਰਿਹਾ, ਸਾਰਿਆਂ ਨੂੰ ਪਤਾ ਕਿ ਆਰਡਰਸ ਅੱਜਕੱਲ ਆਨਲਾਈਨ ਅਪਲੋਡ ਹੁੰਦੇ ਨੇ। ਵੈਸੇ ਵੀ ਜਿਹੜੀ ਈ ਕਾਪੀ ਹੈਗੀ ਆਰਡਰ ਦੀ, ਉਹਦੇ ਤਾਂ ਸਾਈਨ ਕਿਵੇਂ ਹੋਣਗੇ? ਸਰ ਅਸੀਂ ਈ ਕਾਪੀ ਹੀ ਲਗਾਈ ਸੀਗੀ, ਕਿਉਂਕਿ ਜੱਜ ਸਾਹਿਬ ਨੇ ਕਿਹਾ ਸੀ ਈ ਕਾਪੀ ਇਜ਼ ਵੈਲੀਡੇਟਡ, ਯੂ ਕੈਨ ਡਾਊਨਲੋਡ ਇਟ ਫਰਮ ਦੇਅਰ। ਤੁਸੀਂ ਡਾਊਨਲੋਡ ਕਰ ਲਓ, ਉਹਨੂੰ ਪੇਸਟ ਕਰ ਲਓ, ਇਟ ਇਜ਼ ਮਾਈ ਆਰਡਰ। ਤੇ ਅਸੀਂ ਜਦੋਂ ਉਹਨਾਂ ਨੂੰ ਕਿਹਾ, ਸਰ ਬੇਸਿਕਲੀ ਪੁਲਿਸ ਵਾਲੇ ਉਹਨਾਂ ਦੇ ਨਾਲ ਰਲੇ ਹੋਏ ਨੇ, ਤਾਂ ਹੀ ਉਹਨਾਂ ਨੇ ਇਹ ਵੀ ਪਰਵਾਹ ਨਹੀਂ ਕੀਤੀ ਕਿ ਜੱਜ ਸਾਹਿਬ ਦਾ ਆਰਡਰ ਹੈ। ਉਹਨਾਂ ਨੇ ਪੂਰਾ ਅਟੈਂਪਟ ਕੀਤਾ ਕੋਰਟ ਦੀ ਆਰਡਰ ਦੀ ਉਲੰਘਣਾ ਕਰਨ ਦਾ, ਔਰ ਇਸ ਸੰਬੰਧਿਤ ਅਸੀਂ ਕੰਟੈਂਪਟ ਆਫ ਕੋਰਟ ਵੀ ਉਹਨਾਂ ਖਿਲਾਫ ਫਾਈਲ ਕੀਤੀ ਹੈ, ਜੋ ਕਿ ਹੁਣ ਅਦਾਲਤ 'ਚ ਪੈਂਡਿੰਗ ਹੈਗੀ ਹੈ, ਉਹ ਸੁਣਵਾਈ ਹੋਏਗੀ ਉਹਦੀ। ਸਰ ਲੇਕਿਨ ਹੁਣ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਤੁਸੀਂ ਅਗਰ ਸਾਰੇ ਇਨਸੀਡੈਂਟ ਦੇਖੋਗੇ, ਸ਼ੁਰੂ ਤੋਂ ਲੈ ਕੇ ਪਹਿਲੇ ਧਮਕੀਆਂ ਦਿੱਤੀ, ਫਿਰ 2 ਤਰੀਕ ਕੈਮਰੇ ਤੋੜੇ, ਫਿਰ 11 ਤਰੀਕ ਚਾਬੀਆਂ ਖੋਈਆਂ, ਫਿਰ 16 ਤਰੀਕ ਮੇਰੇ ਤੇ ਜਾਨਲੇਵਾ ਹਮਲਾ ਕੀਤਾ, ਮਾਲ ਚੋਰੀ ਕੀਤਾ, ਤੇ ਹੁਣ ਕੋਰਟ ਆਫ ਕੰਟੈਂਪਟ ਹੋਇਆ। ਇਹ ਸਾਰੇ ਡਿਊਰੇਸ਼ਨ ਇਹ ਦਿਖਾ ਰਿਹਾ ਹੈ ਕਿ 16 ਤਰੀਕ ਦੀ FIR ਤੋਂ ਬਾਅਦ ਮੇਰੇ ਤੇ ਝੂਠੇ ਪਰਚੇ ਹੋਏ, 27 ਤਰੀਕ 28 ਤਰੀਕ, ਉਹਦੀ ਮੈਂ ਆਪਣੀ ਵੀਡੀਓ ਰਿਕਾਰਡਿੰਗ ਵੀ ਦੇ ਦਿੱਤੀ ਹੈ ਕਿ ਮੈਂ ਉਸ ਟਾਈਮ ਕਿੱਥੇ ਸੀਗਾ। ਆਈ ਵਾਜ਼ ਨਾਟ ਅਵੇਲੇਬਲ। ਇੱਕ ਬੰਦਾ 2 ਜਗ੍ਹਾ ਤੇ ਅਵੇਲੇਬਲ ਹੋ ਨਹੀਂ ਸਕਦਾ, ਠੀਕ ਹੈ ਜੀ। ਤੇ ਉਸ ਤੋਂ ਬਾਵਜੂਦ ਵੀ ਅੱਜ ਤੱਕ ਕੋਈ ਪੁਲਿਸ ਨੇ ਨਾ ਮਾਲ ਬਰਾਮਦ ਕੀਤਾ ਹੈ, ਔਰ ਜਿਹੜੇ ਬੰਦਿਆਂ ਦੇ ਖਿਲਾਫ ਕੰਪਲੇਂਟ ਹੈਗੀ ਹੈ, ਨਾ ਉਹਨਾਂ ਨੂੰ ਅਰੈਸਟ ਕੀਤਾ ਹੈ, ਉਹ ਨਾਨ ਬੇਲੇਬਲ ਆਫੈਂਸਿਸ ਨੇ, ਨਾ ਉਹਨਾਂ ਨੇ ਡਰਾਈਵਰ ਦਾ ਬਿਆਨ ਲਿੱਤਾ ਹੈ, ਨਾ ਡਰਾਈਵਰ ਨੂੰ ਫੜਿਆ ਹੈ, ਨਾ ਟੈਂਪੂ ਜ਼ਬਤ ਕੀਤਾ, ਨਾ ਉਹ ਗੱਡੀਆਂ ਜ਼ਬਤ ਕੀਤੀਆਂ। ਮਤਲਬ ਤੁਸੀਂ ਇਹ ਲਗਾ ਲਓ ਕਿ ਮੈਨੂੰ ਜਿੱਥੇ ਤੱਕ ਸੁਣਨ 'ਚ ਆਇਆ ਕਿ 90 ਦਿਨ ਦੇ ਅੰਦਰ ਚਾਰਜ ਸ਼ੀਟ ਫਾਈਲ ਹੋ ਜਾਂਦੀ ਹੈ ਜੀ। ਅੱਜ 100 ਦਿਨ ਹੋ ਗਏ ਨੇ, ਹਜੇ ਬੰਦੇ ਹੀ ਅਰੈਸਟ ਨਹੀਂ ਹੋਏ, ਚਾਰਜ ਸ਼ੀਟ ਕਦੋਂ ਫਾਈਲ ਹੋਣੀ ਹੈ? ਔਰ ਹਜੇ ਵੀ ਸਾਨੂੰ ਧਮਕੀਆਂ ਮਿਲ ਰਹੀਆਂ ਕਿ ਜੇ ਤੁਸੀਂ ਕੰਪਲੇਂਟ ਆਪਣੀ ਵਾਪਸੀ ਨਹੀਂ ਲਈ, ਸਾਡੇ ਨਾਲ ਕੰਪਰੋਮਾਈਜ਼ ਨਹੀਂ ਕੀਤਾ, ਤੇ ਅੱਗੇ ਤੁਹਾਡੇ ਤੇ ਹੋਰ ਪਰਚੇ ਹੋਣੇ ਨੇ। ਉਹ ਤੇ ਇਹ ਵੇਟ ਕਰ ਰਹੇ ਕਿ 10 ਤਰੀਕ ਸਰਕਾਰ ਦੇਖੋ ਕਿਸ ਦੀ ਆਂਦੀ ਹੈ, ਉਸ ਤੋਂ ਬਾਅਦ ਦੇਖੋ ਤੁਹਾਡਾ ਅਸੀਂ ਕੀ ਹਾਲ ਕਰਦੇ ਨੇ। ਨਹੀਂ ਜੀ, ਅਦਾਲਤ ਦੇ ਵਿੱਚ ਬਹੁਤ ਪਾਵਰ ਹੈਗੀ ਹੈ। ਅਸੀਂ ਵੀ ਦੇਖੋ, ਅਦਾਲਤ ਨੇ ਪਹਿਲਾਂ ਵੀ ਸਟੇ ਦਿੱਤਾ ਤੁਹਾਨੂੰ, ਚਲੋ ਮੈਟਰ ਅਲੱਗ ਹੈ, ਪਰ ਜੋ ਡਕੈਤੀ ਹੋਈ ਹੈ, ਜੋ ਹਮਲਾ ਹੋਇਆ ਹੈ, ਉਹ ਤਾਂ ਕ੍ਰਿਮੀਨਲ ਜਿਹੜਾ ਕੇਸ ਬਣਦਾ ਉਹਦਾ ਪੁਲਿਸ ਆਪਣੇ ਵੱਲੋਂ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਨੂੰ। ਬੜੀ ਹੈਰਾਨੀ ਵਾਲੀ ਗੱਲ ਹੈ। ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਪਰੇਸ਼ਾਨ ਨੇ, ਸੁਣਵਾਈ ਨਹੀਂ ਹੋ ਰਹੀ। ਆਈਓ ਸਾਹਿਬ ਫੋਨ ਦੇ ਵਿੱਚ ਜਵਾਬ ਦੇਣੋਂ ਭੱਜ ਗਏ, ਉਹਨਾਂ ਕੋਲ ਜਵਾਬ ਨਹੀਂ ਸੀ, ਨਾ ਇਸ ਗੱਲ ਦਾ ਕੋਈ ਜਵਾਬ ਸੀ ਕਿ ਮਾਣਯੋਗ ਕੋਰਟ ਦੇ ਆਰਡਰ ਸੀ ਸਟੇ ਦੇ, ਤੇ ਪੁਲਿਸ ਆਰਡਰਸ ਤੋਂ ਬਾਅਦ ਵੀ ਉੱਥੇ ਪਹੁੰਚਦੀ ਹੈ ਦੁਕਾਨ ਤੇ, ਦੁਕਾਨ ਦਾ ਕਬਜ਼ਾ ਦਿਵਾਉਣ ਦੇ ਲਈ। ਪੁਲਿਸ ਦੁਕਾਨਾਂ ਦੇ ਕਬਜ਼ਿਆਂ ਦਾ ਕੰਮ ਕਦੋਂ ਤੋਂ ਕਰਨ ਲੱਗੀ ਹੈ?
ਦੂਜੀ ਗੱਲ, ਜਿਹੜੇ ਟੈਂਪੂ ਸਮਾਨ ਨੂੰ ਯਾਨੀ ਕਿ ਡਕੈਤੀ ਕੀਤੇ ਹੋਏ ਸਮਾਨ ਨੂੰ ਲੈ ਕੇ ਗਿਆ ਹੈ, ਪੀੜਤ ਨੇ ਖੁਦ ਉਸ ਤੱਕ ਪਹੁੰਚ ਕੀਤੀ, ਲੱਭਿਆ, ਮਨਵਾਇਆ, ਪਰ ਪੁਲਿਸ ਨੇ ਹੁਣ ਤੱਕ ਆਈਓ ਸਾਹਿਬ ਨੇ ਉਹਨਾਂ ਦੇ ਉਸ ਡਰਾਈਵਰ ਨੂੰ ਟੈਂਪੂ ਦੇ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹਨਾਂ ਉੱਤੇ ਪਰਚੇ ਹੋਣ ਲੱਗੇ ਹੈ, ਦਬਾਅ ਪਾਇਆ ਜਾ ਰਿਹਾ ਹੈ, ਕੰਪਰੋ ਕਰੋ। ਕੰਪਰੋ ਨਹੀਂ ਹੁੰਦਾ, ਐਸੀ ਸੂਰਤ ਦੇ ਵਿੱਚ ਇਹਨਾਂ ਤੇ ਪਰਚੇ ਕੀਤੇ ਜਾ ਰਹੇ ਨੇ। ਜੇ ਪੁਲਿਸ ਵਾਲੇ ਇੰਨੇ ਸੱਚੇ ਨੇ ਜਾਂ ਜਿਨ੍ਹਾਂ ਨੇ ਪਰਚਾ ਕਰਵਾਇਆ ਇੰਨੇ ਸੱਚੇ ਨੇ, ਸੀਸੀਟੀਵੀ ਫੁਟੇਜ ਆਪਣੇ ਘਰ ਦੀ ਦੇਣ, CDR ਰਿਪੋਰਟਸ ਇਹਨਾਂ ਦੀਆਂ ਕਢਵਾਉਣ। ਕਿਉਂ ਨਹੀਂ ਕਢਵਾਈਆਂ ਹੁਣ ਤੱਕ, ਜੇ ਇਨਵੈਸਟੀਗੇਸ਼ਨ ਇੰਨੀ ਫੇਰ ਚੱਲ ਰਹੀ ਹੈ? ਆਈਓ ਸਾਹਿਬ, ਤੁਸੀਂ ਕਹਿ ਰਹੇ ਸੀ ਕਿ ਸਾਡੇ ਕੋਲ ਅਥਾਰਟੀ ਕੀ ਹੈ, ਤੁਹਾਡੇ ਕੋਲ ਕਿਹੜੀ ਅਥਾਰਟੀ ਹੈ ਕਿ ਤੁਸੀਂ ਮਾਣਯੋਗ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗੋ? ਤੁਸੀਂ ਲੋਕਾਂ ਦੀ ਸਹੂਲਤ ਵਾਸਤੇ ਹੋ ਜਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਹੋ? ਇਹ ਬੜਾ ਵੱਡਾ ਸਵਾਲ ਹੈ। ਇਸ ਕਹਾਣੀ ਦੇ ਨਾਲ ਇੱਕ ਪੁਰਾਣੀ ਅਖਾਣ ਹੈ, ਉਸ ਦਾ ਕੋਈ ਮੈਂ ਨਹੀਂ ਕਹਿੰਦਾ ਵੀ ਤਾਲੁਕ ਹੈਗਾ ਹੈ, ਪਰ ਮੇਰੇ ਦਿਲ 'ਚ ਆ ਰਹੀ ਹੈ, ਸੁਣਾਵਾਂਗਾ ਜ਼ਰੂਰ। ਸਿਆਣੇ ਕਹਿੰਦੇ ਹੁੰਦੇ ਸੀ ਕਈ ਵਾਰ ਵੀ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਹੈ, ਪਰ ਸ਼ਾਇਦ ਹੁਣ ਮੋਡੀਫਾਈ ਕਰਨਾ ਪੈਣਾ ਹੈ ਕਿ ਕੁੱਤੀ ਹੁਣ ਡਕੈਤਾਂ ਦੇ ਨਾਲ ਵੀ ਰਲੀ ਹੋਈ ਹੈ। ਮੈਂ ਫਿਰ ਕਹਿ ਰਿਹਾ ਬਈ ਇਹ ਮੈਂ ਕਿਸੇ ਨਾ ਤਾਂ ਪੁਲਿਸ ਵਾਲੇ ਨੂੰ ਕਹਿ ਰਿਹਾ ਨਾ ਚੋਰਾਂ ਠੱਗਾਂ ਨੂੰ ਕਹਿ ਰਿਹਾ। ਜੇ ਕੋਈ ਆਪਣੇ ਤੇ ਲੈ ਕੇ ਜਾਵੇ ਉਹ ਉਹਨਾਂ ਦੀ ਆਪਣੀ ਸੋਚ ਹੈ, ਮੈਂ ਕਿਸੇ ਦੇ ਨਾਲ ਨਹੀਂ ਜੋੜ ਰਿਹਾ, ਪਰ ਇੱਕ ਅਖਾਣ ਸੀ ਮੇਰੇ ਚੇਤੇ ਆ ਗਈ, ਮੈਂ ਤਾਂ ਸੁਣਾ ਦਿੱਤੀ। ਪਰ ਪੁਲਿਸ ਦਾ ਜੋ ਰਵੱਈਆ ਇਸ ਪੂਰੇ ਮਾਮਲੇ ਦੇ ਵਿੱਚ ਰਿਹਾ ਹੈ, ਕੰਟੈਂਪਟ ਆਫ ਕੋਰਟ ਪਾਈ ਗਈ ਹੈ ਪੀੜਤ ਪਰਿਵਾਰ ਵੱਲੋਂ। ਤੇ ਆਈਓ ਸਾਹਿਬ ਦਾ ਕਹਿਣਾ ਕਿ ਅਸੀਂ ਸਮਾਨ ਤਾਂ ਲੱਭੀਏ ਜੇ ਸਾਨੂੰ ਪਤਾ ਨਾ ਹੋਵੇ। ਕਿਤੇ ਆਈਓ ਸਾਹਿਬ ਦੀ ਕੋਈ ਹਿੱਸਾ ਪੱਤੀ ਤਾਂ ਨਹੀਂ? ਸਵਾਲ ਖੜੇ ਹੋ ਰਹੇ ਨੇ, ਲੋਕ ਪੁੱਛ ਰਹੇ ਨੇ ਹੁਣ ਤੁਹਾਨੂੰ ਕਿ ਤੁਹਾਡੀ ਹਿੱਸਾ ਪੱਤੀ ਤਾਂ ਨਹੀਂ? ਤੁਸੀਂ ਕਿਹੜੇ ਦਬਾਅ ਦੇ ਹੇਠ ਕੰਮ ਕਰ ਰਹੇ ਹੋ? ਤੁਸੀਂ ਤਨਖਾਹ ਸਰਕਾਰ ਤੋਂ ਲੈਣੀ ਹੋ ਲੋਕਾਂ ਦੀ ਸੇਵਾ ਦੇ ਲਈ, ਜਾਂ ਫਿਰ ਪ੍ਰਾਈਵੇਟ ਪਾਰਟੀਆਂ ਤੋਂ ਤਨਖਾਹ ਲੈਣੀ ਹੋ ਤੁਸੀਂ ਉਹਨਾਂ ਦੇ ਐਂਟੀ ਪਾਰਟੀਆਂ ਨੂੰ ਜਾਂ ਸ਼ਰੀਫ ਲੋਕਾਂ ਨੂੰ ਦੁਖੀ ਕਰਨ ਦੇ ਲਈ? ਬੜਾ ਵੱਡਾ ਸਵਾਲ ਹੈ। ਪਰ ਸਵਾਲ DGP ਸਾਹਿਬ ਤੋਂ ਵੀ ਉੱਠਣਾ ਜ਼ਰੂਰ ਬਣਦਾ ਹੈ ਕਿ DGP ਸਾਹਿਬ ਐਸੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਤੁਸੀਂ ਐਕਸ਼ਨ ਲਓਗੇ ਜਾਂ ਫਿਰ ਐਸੇ ਲੋਕ ਕੁਝ ਗਲਤ ਅਨਸਰਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਰਹਿਣਗੇ? ਇਹ ਬੜਾ ਵੱਡਾ ਸਵਾਲ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ ਤੇ ਖਬਰਸਾਰ, ਚੰਡੀਗੜ੍ਹ।